अ वेरी गुड मॉर्निंग टू ऑल ऑफ यू प्यारे बच्चों। ਤੁਹਾਨੂੰ याद होएगा ਆਪਾਂ लास्ट ਲੈਕਚਰ ਦੇ ਵਿੱਚ ਆਪਾਂ ਆਪਣੇ एग्जाम ਦੀ ਤਿਆਰੀ ਕਿਵੇਂ ਕਰਨੀ ਹੈ ਆਪਾਂ ਉਹਦੇ ਤੇ ਆਪਾਂ ਗੱਲਬਾਤ ਕੀਤੀ ਸੀ ਤੇ ਆਪਾਂ ਦੇਖਿਆ ਸੀ ਸਿਲੇਬਸ ਦੇ ਹਿਸਾਬ ਨਾਲ ਕਿ ਆਪਾਂ ਪਹਿਲਾਂ ਕਿਹੜੀਆਂ ਜਿਹੜੀਆਂ ਯੂਨਿਟਸ ਹੈ ਆਪਾਂ ਕਰੀਏ ਤਾਂ ਕਿ ਆਪਾਂ ਪੇਪਰ ਦੇ ਵਿੱਚੋਂ आसानी नाल पास हो सकी अच्छे नंबर लैके। क्योंकि बेटा पहला आप हमेशा ये देखते हैं कि साडे असी अपने पेपर नूं उन्ना अपना सबजैक्ट तैयार कर लईए, हरेक ही सबजैक्ट की गल कर रही हाँ कि पहला तुसी जे 80 नंबर का पेपर है तुसी 40-45 नंबर लैन दे तुसी इन्ना तुसी एबल हो जाओ, उस तो बाद फिर तुसी बाकी जिहड़ियां यूनिट्स आ तुसी करो। नंबर आपां पूरे ही लैने हुंदे आ। हुण जिवें मैथेमैटिक्स में तुहानूं पिछली बार भी दस्सिया सी बहुत स्कोरिंग सबजैक्ट है, तुसी 80 चों 80 नंबर लै जाओ तो देखो तुहाडी परसेंटेज बेटा कित्थों तक चली जाती है। ਤੇ ਅੱਜ ਵੀ बेटे ਆਪਾਂ ਉਸੇ ਹੀ ਜੋ ਆਪਾਂ ਕਰ ਰਹੇ ਸੀ ਐਕਸਰਸਾਈਜ਼ ਤੁਹਾਨੂੰ ਯਾਦ ਆਪਾਂ ਯੂਨਿਟ ਕਿਹੜੀ ਕਰ ਰਹੇ ਸੀ ਲਾਸਟ ਟਾਈਮ ਪੋਲੀਨੋਮੀਅਲਸ ਬਹੁਪਦੀਆਂ। ਆਪਾਂ ਉੱਥੋਂ ਹੀ ਆਪਾਂ ਅੱਗੇ ਚੱਲਾਂਗੇ ਤੇ ਇਹਦੇ ਐਂਡ ਦੇ ਵਿੱਚ ਜਦੋਂ 5-10 ਮਿੰਟ ਰਹਿ ਜਾਣਗੇ ਤਾਂ ਮੈਂ ਤੁਹਾਨੂੰ ਥੋੜੇ ਜਿਹੇ ਟਿਪਸ ਵੀ ਦਊਂਗੀ ਕਿ ਆਪਾਂ ਪੇਪਰ ਦੇ ਵਿੱਚ ਜਦੋਂ ਬੈਠਣਾ ਹੈ ਤਾਂ ਸਾਡਾ ਜੋ ਮੈਂਟਲ ਸੈਟਅਪ ਹੈ ਉਹ ਕਿਵੇਂ ਦਾ ਹੋਣਾ ਚਾਹੀਦਾ ਹੈ, ਪੇਪਰ ਅਸੀਂ ਕਿਵੇਂ ਕਰਨਾ ਹੈ। ਇਹ ਵੀ ਛੋਟੇ-ਛੋਟੇ ਟਿਪਸ ਹੁੰਦੇ ਆ ਬੇਟਾ ਜਿਹੜੇ ਕਿ ਤੁਹਾਨੂੰ ਬਹੁਤ ਹੈਲਪਫੁਲ ਹੁੰਦੇ ਆ ਪੇਪਰ ਕਰਨ ਦੇ ਡਿਊਰਿੰਗ। ਤੇ बेटे आओ आप जल्दी नाल आप अपना बहुपदियां वाला जिहड़ा चैप्टर रह गया सी आप उहनूं पूरा करांगे ते थोड़े जे आप होर 1-2 क्वेश्चन मैं इंपॉर्टेंट नाल लए आ जिहड़े कि पेपर च अच्छे पूछे जा सकते हैं। एक बार फिर तो मैं तुहानूं एक बारी तुहाडे सामने मार्क्स डिस्ट्रीब्यूशन दिखाई है, उहदे विच मैं तुहानूं यह दस्सिया सी पिछली बार कि आप पहले 3 चैप्टर आप लए सीगे जिहदे विच आप कुछ थोड़े जे तुहानूं याद होएगा आप 1 अंक वाले प्रश्न भी कीते सी, 2 अंक वाले भी कीते सी ਤੇ ਉਸ ਤੋਂ ਬਾਅਦ ਆਪਾਂ ਜਿਹੜਾ ਬਹੁਪਦੀਆਂ ਵਾਲਾ ਚੈਪਟਰ ਦੀ ਮੈਂ ਤੁਹਾਨੂੰ ਕਿਹਾ ਸੀ ਕਿ ਆਪਾਂ ਦੁਹਰਾਈ ਕਰਾਂਗੇ ਤਾਂ ਕੁਝ ਥੋੜਾ ਜ਼ਿਆਦਾ ਆਪਾਂ ਕਰ ਲਿਆ ਸੀ ਪਾਰਟ, ਕੁਝ ਰਹਿ ਗਿਆ ਸੀ ਬੇਟੇ। ਇਹਦੇ ਵਿੱਚ ਵੀ ਜੇ ਤੁਹਾਨੂੰ ਇਸ ਤੋਂ ਬਾਅਦ ਦੇਖੋ ਤਾਂ ਮੈਂ ਥੋੜਾ ਜਿਹਾ ਇੱਕ ਹੋਰ ਟਿਪਸ ਦੇਣਾ ਚਾਹਾਂਗੀ ਕਿ ਇੱਕ ਜਿਵੇਂ ਯੂਕਲਿਡ ਨਾਲ ਜਾਣ ਪਛਾਣ ਦੇ ਵਿੱਚੋਂ ਤੁਹਾਨੂੰ 2 ਅੰਕ ਦਾ ਆਉਂਦਾ ਹੈ, ਇਹਦੇ ਵਿੱਚ ਵੀ ਜੇ ਦੇਖੋ ਬੇਟੇ ਬਹੁਤ ਛੋਟੇ ਛੋਟੇ ਤੁਹਾਡੀਆਂ ਐਕਸਰਸਾਈਜ਼ ਦੇ ਵਿੱਚ ਗਲਤ ਸਹੀ ਹਨ ਜਿਹੜੇ ਕਿ ਅਕਸਰ ਪੁੱਛੇ ਜਾਂਦੇ ਹਨ। ਉਸ ਤੋਂ ਬਾਅਦ ਤੁਸੀਂ ਆਪਣਾ ਜਿਹੜਾ 6ਵਾਂ ਚੈਪਟਰ ਹੈ ਰੇਖਾਵਾਂ ਤੇ ਕੋਣ, ਇਸ ਨੂੰ ਵੀ ਤੁਸੀਂ ਅੱਛੀ ਤਰ੍ਹਾਂ ਨਾਲ ਕਰ ਸਕਦੇ ਹੋ ਕਿਉਂਕਿ ਇਹ ਚੈਪਟਰ ਦੇ ਵਿੱਚ ਪ੍ਰਸ਼ਨ ਨਿਊਮੈਰੀਕਲ ਟਾਈਪ ਹਨ, ਸਾਰੇ ਤੁਸੀਂ ਆਰਾਮ ਨਾਲ ਇਹਨੂੰ ਸੋਲਵ ਕਰ ਲੈਂਦੇ ਹੋ। ਫਿਰ ਬੇਟੇ ਇੱਕ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਚੱਕਰ ਵਾਲਾ ਚੈਪਟਰ ਹੈ ਇਹ ਆਪਾਂ ਇੱਥੇ ਐਜੂਸੈਟ ਤੇ ਵੀ ਕੀਤਾ ਸੀ। ਇਹਦੇ ਵਿੱਚ ਜਿਹੜੀ ਪਹਿਲੀ ਐਕਸਰਸਾਈਜ਼ ਹੈ ਇਹਦੀ 10.1 ਉਹਦੇ ਵਿੱਚ ਸਾਰੇ ਹੀ ਖਾਲੀ ਥਾਂ ਹਨ, ਗਲਤ ਸਹੀ ਹਨ, ਇਹ ਬੇਟੇ ਜ਼ਰੂਰ ਪੁੱਛੇ ਜਾਂਦੇ ਹਨ। ਤੇ ਉਸ ਤੋਂ ਬਾਅਦ ਜਿਹੜੀ ਲਾਸਟ ਐਕਸਰਸਾਈਜ਼ ਦੇ ਵਿੱਚ ਚੱਕਰ ਵਾਲੇ ਜਿੰਨੇ ਵੀ ਕੁਐਸਚਨ ਨੇ ਉਹ ਵੀ ਇੰਪੋਰਟੈਂਟ ਹਨ। ਰਚਨਾਵਾਂ ਵੀ ਕਾਫੀ ਬੱਚੇ ਤੁਸੀਂ ਆਰਾਮ ਨਾਲ ਕਰ ਲੈਂਦੇ ਹੋ। ਉਸ ਤੋਂ ਬਾਅਦ ਬੇਟਾ ਹੀਰੋ ਦਾ ਸੂਤਰ 4 ਨੰਬਰ ਦਾ ਤੁਹਾਨੂੰ ਇਹਦੇ ਵਿੱਚ ਪ੍ਰਸ਼ਨ ਪੁੱਛਿਆ ਜਾਂਦਾ ਹੈ। ਸਿਰਫ ਇੱਕ ਫਾਰਮੂਲਾ ਹੈ ਕਿ ਹੀਰੋ ਦਾ ਫਾਰਮੂਲਾ ਵਰਤ ਕੇ ਅਸੀਂ ਤ੍ਰਿਭੁਜ ਦਾ ਖੇਤਰਫਲ ਕਿਵੇਂ, ਉਹ ਜੇ ਤੁਹਾਨੂੰ ਆਂਦਾ ਹੈ ਤੇ ਤੁਹਾਡੀ ਪ੍ਰੈਕਟਿਸ ਹੈ ਤੁਸੀਂ ਆਰਾਮ ਨਾਲ ਇਹ ਵੀ ਕੁਐਸਚਨ ਕਰ ਲੈਂਦੇ ਹੋ। ਉਸ ਤੋਂ ਬਾਅਦ ਫਿਰ ਤੁਹਾਡੇ ਕੋਲ ਅੰਕੜਾ ਵਿਗਿਆਨ 8 ਨੰਬਰ ਦਾ ਤੇ ਸੰਭਾਵਨਾ ਹੈ ਜਿਹੜੀ 3 ਨੰਬਰ ਦੀ। ਤਾਂ ਮਤਲਬ ਕਹਿਣ ਦਾ ਇਹ ਨਹੀਂ ਹੈ ਕਿ ਜਿਹੜੇ ਮੈਂ ਮਾਰਕ ਨਹੀਂ ਕੀਤੇ ਆਪਾਂ ਉਹ ਚੈਪਟਰ ਨਹੀਂ ਕਰਨੇ ਉਹ ਵੀ ਹਨ, ਜਿਵੇਂ ਹੁਣ ਤ੍ਰਿਭੁਜਾਂ ਚਤੁਰਭੁਜ ਬੜੇ ਸਿੰਪਲ ਚੈਪਟਰ ਹਨ। ਸਤਹੀ ਖੇਤਰਫਲ ਅਤੇ ਆਇਤਨ ਬੱਚੇ ਬਹੁਤ ਵਧੀਆ ਕਰਦੇ ਹਨ, ਠੀਕ ਹੈ ਨਾ, ਤੇ ਇਹ ਕਰਨੇ ਸਾਰੇ ਹਨ। ਜਿਵੇਂ ਹੁਣ 2 ਚੱਲਾਂ ਵਾਲੇ ਰੇਖੀ ਬੜੇ ਸਿੰਪਲ ਚੈਪਟਰ ਹੈ। ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜੇ ਪਹਿਲਾ ਇਹ ਚੈਪਟਰ ਆਪਾਂ ਬਹੁਤ ਅੱਛੀ ਤਰ੍ਹਾਂ ਨਾਲ ਤੁਹਾਡੇ ਪੂਰੀ ਤਰ੍ਹਾਂ ਰਿਵਾਈਜ਼ ਹੋਣੇ ਚਾਹੀਦੇ ਹਨ ਤਾਂ ਕਿ ਇਹਨਾਂ ਵਿੱਚੋਂ ਜੇ ਕੋਈ ਕੁਐਸਚਨ ਆ ਜਾਵੇ ਜਿਹੜੇ ਆਪਾਂ ਸਿਲੈਕਟ ਕੀਤੇ ਹੈ ਤੇ ਤੁਸੀਂ ਕਰ ਪਾਓ ਅੱਛੀ ਤਰ੍ਹਾਂ ਪੇਪਰ 'ਚ। ਤੇ ਆਓ ਬੇਟੇ ਆਪਾਂ ਹੁਣ ਜਲਦੀ ਨਾਲ ਆਪਾਂ ਬਹੁਪਦੀਆਂ ਤੇ ਚੱਲਦੇ ਹਾਂ ਵਾਪਸ। ਇਹਦੇ ਵਿੱਚ ਬੇਟੇ ਆਪਾਂ ਪਹਿਲਾਂ ਪਿਛਲੇ ਲੈਕਚਰ 'ਚ ਆਪਾਂ ਰਿਵਾਈਜ਼ ਕੀਤਾ ਸੀ ਕਿ ਕਿਸੇ ਬਹੁਪਦੀ ਦਾ ਜੇ ਆਪਾਂ ਸਿਫਰ ਕੱਢਣੀ ਆਪਾਂ ਕਿਵੇਂ ਕੱਢ ਸਕਦੇ ਹਾਂ, ਜੇ ਆਪਾਂ ਪਤਾ ਕਰਨਾ ਹੈ ਕਿ ਇੱਕ ਦਿੱਤੀ ਹੋਈ ਬਹੁਪਦੀ ਦੂਜੀ ਬਹੁਪਦੀ ਦਾ ਗੁਣਨਖੰਡ ਹੈ ਜਾਂ ਨਹੀਂ ਉਹ ਆਪਾਂ ਕਿਵੇਂ ਕਰ ਸਕਦੇ ਹਾਂ। ਆਪਾਂ ਕੁਝ ਇੱਕ ਸਵਾਲ ਕੀਤੇ ਸਨ, ਆਪਾਂ ਅੱਗੇ ਚੱਲਦੇ ਹਾਂ ਬੇਟੇ। ਇਹਦੇ ਵਿੱਚ ਤੁਹਾਨੂੰ ਇਹ ਜਿਹੜੀਆਂ ਬੀਜ ਗਣਿਤਕ ਸਰਵ ਸਮਤਾਵਾਂ ਹਨ ਇਹ ਅੱਛੀ ਤਰ੍ਹਾਂ ਆਉਣੀਆਂ ਚਾਹੀਦੀਆਂ ਹਨ। ਪਹਿਲੀ ਕਿਹੜੀ ਹੈ x + y ਦਾ ਹੋਲ ਸਕੁਅਰ। ਬੇਟੇ ਇਹਨੂੰ ਕਈ ਬੱਚੇ a + b ਨਾਲ ਵੀ ਯਾਦ ਕਰ ਲੈ ਹੁੰਦੇ ਤਾਂ ਉਹ ਆਪਣੀ ਮਰਜ਼ੀ ਹੈ, ਕੋਈ ਉਹਦੇ ਨਾਲ a + b ਹੋਲ ਸਕੁਅਰ x y ਦੀ ਜਗ੍ਹਾ ਤੇ ਆਪਾਂ ਉਹ ਵੀ ਯੂਜ਼ ਕਰਕੇ ਕਰ ਸਕਦੇ ਹਾਂ। ਫਿਰ ਬੇਟੇ x - y ਦਾ ਸਕੁਅਰ ਬਰਾਬਰ ਹੈ x² - 2xy + y ਦਾ ਸਕੁਅਰ। ਫਿਰ x² - y ਸਕੁਅਰ x + y x - y। ਫਿਰ ਬੇਟੇ x + a ਇਹ ਵਾਲੀ ਆਪਾਂ ਨੂੰ ਆਈਡੈਂਟਿਟੀ ਆਉਂਦੀ ਹੈ। ਮੇਰਾ ਇਹ ਕਹਿਣ ਦਾ ਦਿਖਾਉਣ ਦਾ ਮਤਲਬ ਹੈ ਕਿ ਇਹ ਆਈਡੈਂਟਿਟੀਜ਼ ਜੇ ਤੁਹਾਨੂੰ ਯਾਦ ਹੁੰਦੀਆਂ ਹਨ ਤਾਂ ਤੁਸੀਂ ਬਹੁਤ ਕੁਇਕਲੀ ਸਵਾਲ ਨੂੰ ਹੱਲ ਕਰ ਲੈਂਦੇ ਹੋ। ਹੁਣ ਜਿਵੇਂ ਤੁਹਾਡੇ ਸਾਹਮਣੇ ਇੱਕ ਪ੍ਰਸ਼ਨ ਹੈ, ਢੁਕਵੀਂ ਸਰਵ ਸਮਤਾ ਦਾ ਪ੍ਰਯੋਗ ਕਰਕੇ ਦਿੱਤੇ ਹੋਏ ਗੁਣਨਫਲ ਦਾ ਮੁੱਲ ਪਤਾ ਕਰੋ। ਇਹ ਬ੍ਰੈਕਟ ਚਲੋ ਇੱਥੇ ਆਪਣੇ ਕੋਲ ਇਸ ਤਰ੍ਹਾਂ ਬ੍ਰੈਕਟ ਹੋਣਾ ਸੀ x + 8 × x - 10। ਇਹਨੂੰ ਬੇਟਾ ਕੁਐਸਚਨ ਦੇਖਦੇ ਹੀ ਸਾਨੂੰ ਸਮਝ ਆ ਜਾਂਦਾ ਹੈ ਕਿ ਇਹਦੇ ਵਿੱਚ ਕਿਹੜੀ ਸਰਵ ਸਮਤਾ ਲੱਗਣੀ ਹੈ। x + a × x + b ਬਰਾਬਰ ਹੈ x² + a + b x
प्लस AB। ਹੁਣ ਜੇਕਰ ਸਾਨੂੰ ਯਾਦ ਹੁੰਦੀ ਹੈ ਤਾਂ ਆਪਾਂ ਬਹੁਤ ਜਲਦੀ ਸਵਾਲ ਵੀ ਬੇਟੇ ਹੱਲ ਕਰ ਲਏ ਹਾਂ। ਇਹਨੂੰ ਆਪਾਂ ਇਹਦੇ ਨਾਲ ਜੇ ਆਪਾਂ ਕੰਪੇਅਰ ਕਰਦੇ ਹਾਂ, ਦੇਖੋ ਬੇਟਾ x ਦੀ ਜਗ੍ਹਾ ਤੇ ਇੱਥੇ ਵੀ ਸਾਡੇ ਕੋਲ ਕੀ ਹੈ, x ਹੈ। ਉਸੇ ਤਰ੍ਹਾਂ a ਦੀ ਜਗ੍ਹਾ ਤੇ ਜੇ ਦੇਖੋ ਤੁਸੀਂ, ਤੁਹਾਡੇ ਕੋਲ ਸਟੇਟਮੈਂਟ 'ਚ ਕੀ ਹੈ, 8। ਇਹ ਜ਼ਰੂਰ ਇੱਕ ਵਾਰ ਲਿਖ ਲੈਣਾ ਚਾਹੀਦਾ ਹੈ ਤੁਲਨਾ ਕਰਨ ਤੇ, ਜੇ ਤੁਸੀਂ ਇਹਨੂੰ ਲਿਖਦੇ ਹੋ। ਤੇ b ਕਿੰਨਾ ਹੈ ਬੇਟੇ, -10। ਤੇ ਹੁਣ ਤੁਸੀਂ ਇਸ ਨੂੰ, ਇਹ ਜਿਹੜਾ ਇੱਥੇ ਤੁਸੀਂ ਬੇਟਾ ਜਿਹੜੀ ਵੀ ਤੁਸੀਂ ਆਇਡੈਂਟੀਟੀ ਯੂਜ਼ ਕੀਤੀ ਹੈ ਉਸ ਨੂੰ ਸੋਲੂਸ਼ਨ ਦੇ ਵਿੱਚ ਲਿਖਣਾ ਜ਼ਰੂਰ ਹੈ। ਇਹ ਬੱਚੇ ਕਈ ਵਾਰ ਨਹੀਂ ਲਿਖਦੇ, ਉਹਦੇ ਨਾਲ ਨੰਬਰ ਕੱਟਦੇ ਹਨ। ਹੁਣ ਜਿਵੇਂ ਆਪਾਂ ਇਹਦੇ ਵਿੱਚ ਇਹ ਆਇਡੈਂਟੀਟੀ ਯੂਜ਼ ਕੀਤੀ ਹੈ ਤਾਂ ਤੁਸੀਂ ਆਪਾਂ ਲਿਖੀ ਹੈ ਪਹਿਲਾਂ। ਹੁਣ ਬੇਟੇ ਆਪਾਂ ਇਹਨੂੰ ਯੂਜ਼ ਕਰਦੇ ਹਾਂ, ਇਹਦੇ ਵਿੱਚ ਮੁੱਲ ਭਰਦੇ ਹਾਂ। x + 60 × x - 10 ਬਰਾਬਰ ਹੈ, ਇਹਦੇ ਵਿੱਚ ਬੇਟੇ ਤੁਸੀਂ ਇਹ ਮੁੱਲ ਭਰੋਗੇ। x ਦੀ ਜਗ੍ਹਾ ਤੇ x ਹੀ ਹੈ ਤਾਂ x ਦਾ ਸਕੁਆਇਰ ਪਲੱਸ a ਦੀ ਜਗ੍ਹਾ ਤੇ ਬੇਟੇ ਸਾਡੇ ਕੋਲ ਕਿੰਨਾ ਹੈ, 8 ਪਲੱਸ b ਦੀ ਜਗ੍ਹਾ ਤੇ -10 ਹੈ, ਇਸ ਕਰਕੇ ਅਸੀਂ ਇਹਨੂੰ ਬ੍ਰੈਕਟ 'ਚ ਪਾ ਲੈਂਦੇ ਹਾਂ ਬਾਹਰ। ਫਿਰ x ਪਲੱਸ 8 ਗੁਣਾ -10, ਇਹ ਤੁਹਾਡੇ ਕੋਲ ਆ ਜਾਂਦਾ ਹੈ x ਸਕੁਆਇਰ। 8 ਪਲੱਸ ਮਾਈਨਸ ਦਾ ਬੇਟੇ -2x ਤੇ -80, ਇਹ ਤੁਹਾਡੇ ਕੋਲ ਆਨਸਰ ਹੈ ਜਿਹੜਾ ਇਹਦਾ ਆ ਜਾਂਦਾ ਹੈ। ਉਸ ਤੋਂ ਬਾਅਦ ਬੇਟੇ ਆਪਾਂ ਇੱਕ ਪ੍ਰਸ਼ਨ ਹੋਰ ਲੈਂਦੇ ਹਾਂ, ਸਿੱਧੇ ਗੁਣਾ ਕੀਤੇ ਬਿਨਾ ਹੇਠ ਲਿਖੇ ਗੁਣਨਫਲਾਂ ਦਾ ਮੁੱਲ ਪਤਾ ਕਰੋ। ਹੁਣ ਜਿਵੇਂ ਕੁਐਸਚਨ ਇਸ ਤਰ੍ਹਾਂ ਦਾ ਆ ਜਾਂਦਾ, ਅਸੀਂ ਕਈ ਵਾਰ ਦੇਖਦੇ ਹਾਂ ਬੱਚੇ ਨਾ ਇਸ ਤਰ੍ਹਾਂ ਹੀ ਗੁਣਾ ਕਰਕੇ ਲਿਖ ਜਾਂਦੇ, ਬੇਟੇ ਉਹਦਾ ਕੋਈ ਨੰਬਰ ਨਹੀਂ ਮਿਲਣਾ। ਜਦੋਂ ਨੇ ਲਿਖਿਆ ਹੀ ਹੈ ਕਿ ਸਿੱਧੀ, ਇਹਦਾ ਮਤਲਬ ਅਸੀਂ ਇਹਦੇ ਵਿੱਚ ਕੀ ਯੂਜ਼ ਕਰਨਾ ਹੈ, ਕੋਈ ਆਇਡੈਂਟੀਟੀ ਯੂਜ਼ ਹੋਏਗੀ। ਤੁਸੀਂ 104 ਗੁਣਾ 96, ਹੁਣ ਇਹ ਤਾਂ ਬੜੇ ਬੱਚਿਆਂ ਨੇ ਇੱਕਦਮ ਦੱਸਤਾ, ਮੈਨੂੰ ਬੋਲ ਵੀ ਦਿੱਤਾ ਹੋਣਾ ਹੈ। 100 ਨੂੰ ਆਪਾਂ ਕੀ ਲਿਖ ਸਕਦੇ ਹਾਂ, 100 ਜਮਾ 4। 96 ਨੂੰ ਅਸੀਂ ਕੀ ਲਿਖ ਸਕਦੇ ਹਾਂ, 100 - 4। ਠੀਕ ਹੈ ਬੇਟੇ। ਹੁਣ ਤੁਸੀਂ ਮੈਨੂੰ ਦੱਸੋ ਇਹਦੇ ਚ ਕਿਹੜੀ ਆਇਡੈਂਟੀਟੀ ਯੂਜ਼ ਹੋਏਗੀ। ਆਪਾਂ ਨੂੰ ਦੇਖਣ 'ਚ ਹੀ ਪਤਾ ਚੱਲ ਰਿਹਾ ਹੈ ਕਿ a + b a - b, ਇਹ ਆਇਡੈਂਟੀਟੀ ਆਪਾਂ a + b × a - b, ਹਾਂਜੀ ਬੱਚਿਓ, ਕਿਹਦੇ ਬਰਾਬਰ ਹੁੰਦਾ ਹੈ, a² - b²। ਤੁਹਾਨੂੰ ਆਂਦੀ ਹੈ, ਇਹਨੂੰ ਬੇਟੇ ਆਪਾਂ ਯੂਜ਼ ਕਰ, ਇੱਥੇ ਆਪਾਂ ਲਿਖਾਂਗੇ। ਇੱਥੇ ਆਪਾਂ ਲਿਖਿਆ, ਵੈਸੇ ਤਾਂ ਹੋਰ ਅੱਛਾ ਹੈ ਜੇ ਤੁਸੀਂ ਲਿਖੋ ਵੀ ਨੋ ਦੈਟ, ਉਹਦੇ ਨਾਲ ਹੋਰ ਇੱਕ ਇੰਪ੍ਰੈਸ਼ਨ ਅੱਛਾ ਐਗਜ਼ਾਮਿਨ ਜਿਹੜਾ ਚੈੱਕ ਕਰਦਾ ਹੈ, ਵੀ ਨੋ ਦੈਟ a + b × a - b = a² - b²। ਤੇ ਆਪਾਂ ਬੇਟੇ ਇਹਨੂੰ ਇੱਥੇ ਯੂਜ਼ ਕਰਦੇ ਹਾਂ। ਹੁਣ a ਕਿਹਦੇ ਬਰਾਬਰ ਹੈ, ਦੇਖੋ ਬੇਟਾ ਇੱਥੇ ਸਾਡੇ ਕੋਲ 100 ਤੇ b ਕਿਹਦੇ ਬਰਾਬਰ ਹੈ, 4। ਤੇ ਅਸੀਂ ਇਹਦੇ ਵਿੱਚ ਮੁੱਲ ਭਰ ਦਿੰਦੇ ਹਾਂ ਤੇ ਤੁਹਾਡੇ ਕੋਲ ਕੀ ਬਣ ਜਾਏਗਾ, 100 ਦਾ ਸਕੁਆਇਰ -4 ਦਾ ਸਕੁਆਇਰ। ਕਿੰਨਾ ਆ ਗਿਆ ਬੱਚਿਓ, 100 ਦਾ ਸਕੁਆਇਰ ਕਿੰਨਾ ਹੁੰਦਾ ਹੈ, -4 ਦਾ ਸਕੁਆਇਰ ਕਿੰਨਾ ਹੁੰਦਾ ਹੈ, 16। ਇੱਥੇ ਥੋੜਾ ਜਿਹਾ ਬੇਟੇ ਇੱਕ ਮੈਂ ਤੁਹਾਨੂੰ ਦੱਸਦੀ ਹਾਂ, ਅਸੀਂ ਪੇਪਰ ਬੇਟਾ ਚੈੱਕ ਕਰਦੇ ਹਾਂ 4 ਦਾ ਸਕੁਆਇਰ, ਮਤਲਬ ਇੱਕ ਸਿਲੀ ਮਿਸਟੇਕ ਹੈ ਜਿਹੜੀ ਕਿਸੇ ਤੋਂ ਕਈ ਵਾਰ ਹੋ ਜਾਂਦੀ ਹੈ, ਪਰ ਥੋੜੇ ਕੇਅਰਫੁਲ ਰਹਿ ਕੇ ਕਰੋਗੇ ਤਾਂ ਨਹੀਂ ਹੋਏਗੀ। ਜਿਵੇਂ 4 ਦਾ ਸਕੁਆਇਰ ਹੈ, ਬੱਚੇ ਗਲਤੀ ਨਾਲ 4 × 8 ਵੀ ਲਿਖ ਜਾਂਦੇ ਹਨ, ਜਾਂ ਜਿਵੇਂ 3 ਦਾ ਸਕੁਆਇਰ 'ਚ ਤਾਂ ਬਹੁਤ ਆਮ ਗਲਤੀ ਹੁੰਦੀ ਹੈ, 3 ਦਾ ਸਕੁਆਇਰ 9, ਪਰ ਬੱਚੇ ਜ਼ਿਆਦਾਤਰ ਕਈ ਵਾਰੀ 6 ਵੀ ਲਿਖ ਜਾਂਦੇ। ਇਸ ਕਰਕੇ ਬੇਟਾ ਇਹ ਥੋੜਾ ਅਟੈਂਟਿਵ ਰਹਿ ਕੇ ਆਪਾਂ ਸਵਾਲ ਕਰਨੇ ਆ। ਜਦੋਂ ਅਸੀਂ ਇਹਨੂੰ ਸਬਟਰੈਕਟ ਕਰਾਂਗੇ ਸਾਡੇ ਕੋਲ 9 9 8 4 ਜਿਹੜਾ ਇਹਦਾ ਆਨਸਰ ਆ ਜਾਵੇ। ਉਸ ਤੋਂ ਬਾਅਦ ਬੇਟੇ ਆਪਾਂ ਅੱਗੇ ਹੋਰ ਕਰਦੇ ਹਾਂ ਕਿ ਢੁਕਵੀਂ ਸਰਵਸੰਮਤਾ ਦਾ ਪ੍ਰਯੋਗ ਕਰਕੇ ਹੇਠ ਲਿਖੇ ਦਾ ਗੁਣਨਖੰਡੀਕਰਨ ਕਰੋ। ਹੁਣ ਤੁਹਾਡੇ ਕੋਲ ਬੇਟੇ ਕੁਐਸਚਨ ਆ ਗਿਆ, ਉਹਨੇ ਆਪਾਂ ਨੂੰ ਕਹਿਤਾ ਸਰਵਸੰਮਤਾ ਯੂਜ਼ ਕਰਨੀ ਹੈ। ਸਰਵਸੰਮਤਾ ਹੁਣ ਆਪਾਂ ਕਿਹੜੀ ਯੂਜ਼ ਕਰਨੀ ਹੈ, ਇਹ ਆਪਾਂ ਨੂੰ ਦੇਖ ਕੇ, ਕੁਐਸਚਨ ਦੇਖ ਕੇ ਸਮਝ ਆ ਜਾਂਦਾ ਬੇਟੇ ਕਿ ਸਾਡੇ ਕੋਲ 3 ਕੀ ਹਨ, ਇਹਦੇ ਵਿੱਚ 3 ਪਦ ਹਨ ਤੇ 2 ਸਕੁਆਇਰਸ ਵਾਲੇ ਹਨ। ਤਾਂ ਅਸੀਂ ਪਹਿਲਾਂ ਇਹਨੂੰ ਕੋਸ਼ਿਸ਼ ਕਰਦੇ ਹਾਂ ਕਿ ਵੀ ਇਹ ਕਿਹਦਾ ਸਕੁਆਇਰ ਬਣਦਾ ਹੈ। ਦੇਖੋ ਬੇਟਾ ਇਹ ਕਿਹਦਾ ਸਕੁਆਇਰ ਬਣਦਾ ਹੈ, 3x ਦਾ। ਹੁਣ ਕਈ ਬੱਚੇ ਇਸ ਤਰ੍ਹਾਂ ਲਿਖ ਜਾਂਦੇ ਹਨ, ਇਹ ਗਲਤ ਹੈ ਇਸ ਤਰ੍ਹਾਂ ਲਿਖਣਾ ਬੇਟੇ। ਆਪਾਂ ਨੂੰ ਇੱਥੇ ਬ੍ਰੈਕਟ ਲਗਾਉਣੇ ਬਹੁਤ ਜ਼ਰੂਰੀ ਹੈ, ਇਹ ਯਾਦ ਰੱਖਣਾ ਹੈ। 3x ਦਾ ਹੋਲ ਸਕੁਆਇਰ ਪਲੱਸ ਇਹ ਬੇਟੇ ਤੁਹਾਡੇ ਕੋਲ ਕੀ ਬਣ ਗਿਆ, y ਦਾ ਸਕੁਆਇਰ। ਹੁਣ ਇਹ ਕੁਝ ਮੈਨੂੰ ਤੁਹਾਨੂੰ ਵੀ ਯਾਦ ਆ ਗਿਆ, a² + b² ਵਿੱਚ ਫਿਰ ਪਲੱਸ 2ab ਆਪਾਂ ਦੇਖਦੇ ਹਾਂ ਬਣਾ ਕੇ ਕੀ ਬਣਦਾ ਹੈ। a ਦੀ ਜਗ੍ਹਾ ਤੇ ਕੀ ਹੈ, 3x ਤੇ y, v ਦੀ ਜਗ੍ਹਾ ਤੇ ਕੀ ਹੈ, y। ਦੇਖੋ ਹੁਣ 3 ਦੂਣੀ 6xy ਦਾ ਮਤਲਬ ਇਹ ਟਰਮ ਵੀ ਇਸ ਤਰ੍ਹਾਂ ਬ੍ਰੇਕ ਹੋ ਕੇ ਬਿਲਕੁਲ ਇਕੁਏਸ਼ਨ ਬਣ ਗਈ। ਤਾਂ ਹੁਣ ਇਹ ਆਪਣੇ ਕੋਲ ਵੀ ਨੋ ਦੈਟ ਆਪਾਂ ਕੀ ਲਗਾ ਰਹੇ ਹਾਂ, ਇਹਦੇ ਵਿੱਚ ਕਿਹੜੀ ਆਇਡੈਂਟੀਟੀ ਯੂਜ਼ ਕਰ ਰਹੇ ਹਾਂ ਬੋਲੋ, ਹਾਂਜੀ a² + 2ab + b², this is equal to a + b whole square, ਇਹਦੇ ਬਰਾਬਰ ਹੈ। ਵੈਸੇ ਆਪਾਂ ਇਹਨੂੰ ਦੂਸਰੀ ਤਰ੍ਹਾਂ ਵੀ ਆਪਾਂ ਇਸ ਤਰ੍ਹਾਂ ਵੀ ਯਾਦ ਰੱਖਦੇ ਨਾ, ਆਇਡੈਂਟੀਟੀ ਆਪਾਂ ਇਹ ਯਾਦ ਰੱਖਦੇ ਹਾਂ, a² + 2ab + b²। ਪਰ ਕਿਉਂਕਿ ਹੁਣ ਸਾਡੇ ਕੋਲ ਇਹਦੀ ਇੱਧਰ RHS ਪਹਿਲਾਂ ਦਿੱਤੀ ਹੈ ਤਾਂ ਅਸੀਂ ਇਹਨੂੰ ਇਸ ਤਰ੍ਹਾਂ ਲਿਖ ਲਿਆ।
तो ये बेटा तुहाडे कोल किहदे बराबर आ जाएगा, a किहदे बराबर है इत्थे 3x ते b किहदे बराबर है y। इत्थों ही देख लेने तुसी होल स्केयर वालियां टर्म्स चेक करो, उत्थे तुहाडे कोल a ते b दे मुल पए हुंदे आ 3x प्लस y दा होल स्क्वायर। ते फिर बेटे जदों इहनूं आपां नूं गुणनखंडीकरण दे रूप च लिखना है, इस करके इहनूं तुसी बाद च इस तरह लिखना जरूर है 3x प्लस y इंटू 3x प्लस y। ये गुणनखंडकरण दे रूप दे विच एंड दे विच इहनूं इस तरह भी जरूर लिखना है। उसी तरह मान लो इत्थे माइनस हुंदा बेटे, फिर आपां किहड़ी आइडेंटिटी यूज कर लैनी सी a माइनस b होल स्केयर वाली। तो ये आपां नूं देख के आइडिया लग जांदा है भी जे 3 टर्म्स है तो 3 टर्म्स वालियां साडे कोल यही वालियां a प्लस b होल स्क्वायर हुंदा है या a माइनस b होल स्क्वायर हुंदा है। उस तो बाद बेटे अपने कोल एक आइडेंटिटी होर है कि जे साडे कोल a प्लस b प्लस c दा होल स्क्वायर है तो ये तुसी किहदे बराबर a स्क्वायर प्लस b स्क्वायर प्लस c स्क्वायर प्लस 2ab प्लस 2bc प्लस 2ca। तुहानूं याद भी होनी आइडेंटिटी। बेटा हुण पेपरां तो पहला जे नहीं भी तुसी कॉन्फिडेंट हजे फील कर रहे तो इन्हां आइडेंटिटीज़ नूं एक दिन च तुसी या 2 दिनों बाद लिख के जरूर देखो। जिन्नी बार तुसी इहदी प्रैक्टिस करोगे ना तुहाडे अपने आप ही उवें हथ चलना शुरू हो जाता है कि ये आइडेंटिटी आपां 1 मिनट च लिख लैंदे। हुण मान लो तुहानूं आ क्वेश्चन आ जांदा दा विस्तार करो, ये क्वेश्चन आपां तां ही कर पावांगे जेकर सानूं आइडेंटिटी ये उपर वाली पूरी आंदी होएगी। हुण बेटे आपां नूं मैनूं दिख रहा है जदों आपां नूं ये क्वेश्चन आ जांदा 3 टर्म्स ने तो आप फिर आइडेंटिटी लिखांगे वी नो दैट। जो आप सोल्यूशन शुरू करना है तो वी नो दैट ये आप आइडेंटिटी इत्थे आप दोबारा लिखांगे। तो हुण चलो मैं नहीं लिख रही क्योंकि अपने कोल स्क्रीन ते है। हुण बेटे आप इहनूं इहदे नाल कंपेयर करांगे, a कितना है 2x, बाई चांस देखो इहदे उपर ही लिखा है, तो b दी जगह ते की है माइनस y, c दी जगह ते की है बेटे z है। तो असीं हुण ये वाली आइडेंटिटी च वैल्यू पुट कर दांगे। आ स्टेटमेंट आप चाहे सीधा ही लिख लो 2x माइनस वाई प्लस जेड दा होल स्क्वायर बराबर है a स्क्वायर बेटे कितना है 2। इत्थे फिर कई बच्चे इस तरह लिखते हैं, ये गलत है, इनू आप होल स्क्वायर पाना है, ब्रैकेट पावांगे प्लस b स्क्वायर प्लस c स्क्वायर z दा स्क्वायर प्लस 2ab मतलब 2 गुना a गुना b प्लस 2bc 2 गुना b कितना है बेटे माइनस वाई ते c कितना है z प्लस 2ca c कितना है z और a कितना है बेटा 2x। जदों माइनस वाली कोई टर्म आ जाती है तो उन्होंने ब्रैकेट जरूर लिखना है। हाँ जी बेटा 2x दा स्क्वायर कितना हो गया 4x दा स्क्वायर माइनस वाई दा स्क्वायर बेटा प्लस वाई स्क्वायर प्लस z स्क्वायर। ये तुहाडे कोल देखो ये कितना आ गया 2 दूनी 4 क्योंकि सारिਆਂ ਦੇ ਵਿੱਚ ਇੱਕ माइनस है तो माइनस 4xy बेटे माइनस 2yz प्लस 4zx। तो ये तुहाडे कोल बेटे बड़े आराम नाल असी जे आइडेंटिटी आंदी असी सवाल नूं है जिहड़ा सॉल्व कर लैने। उस तो बाद बेटे आप अगला करते हाँ जदों हुण तुहाडे कोल इहो जिहा क्वेश्चन आ जांदा है कि इहदा गुणनखंडीकरण करो। हुण इत्थे मैनूं देखण च आइडिया हो गया कि मेरे कोल 6 टर्म्स है, 3 टर्म्स इहदे चों स्क्वेयर वालियां है ते बाकी जिहड़ियां 3 टर्म्स है वो इन्हां दे गुणनखंड वालियां ने। तो मेरे कोल देखने मैनूं देखण च ही पता लग गया कि मेरे कोल किहड़ा फार्मूला आपां जिहड़ी हुणे आइडेंटिटी कीती है कि आपां लिखांगे असीं आइडेंटिटी यूज करांगे इहदे विच a प्लस b प्लस c दा होल स्क्वायर इज इक्वल टू a स्क्वायर प्लस b स्क्वायर प्लस c स्क्वायर प्लस 2ab प्लस 2bc प्लस 2ca। ये आप आइडेंटिटी दे च यूज करनी है। हुण आपां यूज असीं साडे कोल यानी ये वाली साइड बेटा इत्थे दित्ती हुई है जिहड़ी इहदी RHS इत्थे सानू दित्ती हुई है। तो पहला असीं जो सानू रकम गिवन है असीं उहनूं इस फॉर्म च लिखीए पहला तां ही आपां आइडेंटिटी अप्लाई कर सकांगे उहदे ते। तां अपने कोल 4x दा स्क्वायर है बेटे ये तुहाडे कोल की बन जांदा है 2x दा स्क्वायर 9y 3y दा स्क्वायर प्लस 16z बेटे 4z दा स्क्वायर। ठीक है प्लस xy हुण xy यानी ये दोनों पहलियां मेरे को रकमां ने 2ab 2 ये वाली टर्म कितनी है बेटे 2x ते ये वाली टर्म कितनी है 3y। देखो हुण तुसीं 3 दूनी 6 दूनी 12xy बन रहा। हुण इत्थे बेटे आपां ने थोड़ा सोचना है जदों तुहानूं इहो जिहे प्रश्न दे विच माइनस दिता होवे ਜਿਹੜੀਆਂ ਜਿਹੜੀਆਂ टर्म्स च माइनस तुहानूं हुण देखो आपां नूं दिख रहा सानूं आ 2 टर्म्स दे विच माइनस है
ਤੁਸੀਂ ਦੇਖ ਲਵੋ ਇਹਨਾਂ ਦੋਨਾਂ ਦੇ ਵਿੱਚ ਕਿਹੜਾ ਜਿਹੜਾ ਹੈ ਵੇਰੀਏਬਲ ਕਾਮਨ ਹੈ, ਕਿਹੜਾ ਕਾਮਨ ਆ ਰਿਹਾ z। ਤਾਂ ਇਹਦਾ ਮਤਲਬ ਜਿਹੜੀ z ਵਾਲੀ ਰਕਮ ਹੈ, ਜਿਹੜੀ ਤੁਹਾਡੇ ਕੋਲ z ਵਾਲੀ ਰਕਮ ਹੈ ਉਹ ਕਿਹੜੀ ਕਾਦੀ ਹੋਣੀ ਚਾਹੀਦੀ ਹੈ, ਮਾਈਨਸ ਦੀ, ਕਿਉਂਕਿ ਇੱਥੇ ਤਾਂ ਬੇਟਾ ਸਕੁਅਰ ਹੈ, ਇਸ ਕਰਕੇ ਪਲੱਸ ਮਾਈਨਸ ਆਪਾਂ ਨੂੰ ਪਤਾ ਨਹੀਂ ਲੱਗ ਸਕਦਾ। ਤਾਂ ਕਿਹੜੀ ਮਾਈਨਸ ਦੀ ਹੋਏਗੀ ਉਹ ਇੱਥੋਂ ਪਤਾ ਲੱਗ ਜਾਂਦਾ ਬੇਟੇ ਗੁਣਨਖੰਡ ਵਾਲੇ ਟਰਮਸ ਤੋਂ। ਤਾਂ ਇਹਦਾ ਮਤਲਬ z ਵਾਲੀ ਤੁਹਾਡੇ ਕੋਲ ਮਾਈਨਸ ਵਾਲੀ ਟਰਮ ਹੈ, ਇੱਥੇ ਅਸੀਂ ਕੀ ਲਗਾ ਲਿਆ, ਮਾਈਨਸ। ਹੁਣ ਇੱਥੇ ਦੇਖੋ ਬੇਟੇ प्लस 2ab, उस तो बाद की आंदा 2bc, 2b कितना है बेटे 3y, c कितना है -4z। हुण तुसीं देख पा रहे हो -4 ते 12 दूना 24yz साडे कोल ठीक बन गया। फिर प्लस 2ca, c कितना है बेटे -4z और a कितना है 2x। देखो हुण साडे कोल 2 दूनी 4 ते -16xz दा साडे कोल बन गई है टर्म। तो यदा मतलब हुण असीं इहदे ते ए वाली जिहड़ी आइडेंटिटी है असीं अप्लाई करते हाँ। LHS है तो ये RHS LHS के बराबर है, इट मीनस a प्लस b दा होल स्केयर के बराबर है बेटा। इत्थे a कितना है साडे कोल लिख लवो 2x, b कितना है इत्थों आपां आ तीन टर्म्स तो सानूं पता लगेगा। b कितना है बेटे 3y और c कितना है -4z। तो हुण असीं आंसर लिखांगे बेटे a प्लस b होल स्केयर, a प्लस b प्लस c, a प्लस b प्लस c होल स्केयर सॉरी -4z ਇਹਦਾ होल स्क्वायर, यानी ਤੁਹਾਡੇ ਕੋਲ 2x प्लस 3y -4z ਦਾ ਬੇਟੇ होल स्क्वायर। ਇਹਨੂੰ ਵੀ ਬੇਟਾ ਤੁਸੀਂ ਦੋ ਵਾਰ ਲਿਖੋਗੇ ਕਿਉਂਕਿ ਗੁਣਨਖੰਡ ਫਾਰਮ ਚ ਲਿਖਣਾ ਸੀ। ਇਹ ਤੁਹਾਡੇ ਕੋਲ ਬੇਟਾ ਜਿਹੜਾ ਹੈ ਆਨਸਰ ਤੁਹਾਡੇ ਕੋਲ ਆ ਜਾਏ। ਤਾਂ ਹੁਣ यानी कहने का मेरा मतलब है कि आ आइडेंटिटी तुहानू याद जरूर होनी चाहिए है। जे ये याद नहीं है तो फिर असीं आपां सवाल देखी जावांगे कि इहनूं की करना है, किवें करना है, पर ये याद होएगी तो आपां नूं बहुत जल्दी असीं इहनूं सॉल्व कर सकते हैं। हुण बेटे आपां एक होर क्वेश्चन लैंदे हैं जिहड़ा कि बहुत इंपॉर्टेंट है। उस तो पहला आपां आइडेंटिटीज, हुण मेरे कोल इन्ना टाइम तो बेटे नहीं है क्योंकि आपां रिवीजन लै रहे हैं, आपां कर रहे हैं कि इसनूं आपां सॉल्व कर सकीए, लेकिन एक बार आपां रिवाइज करांगे। a प्लस बी होल क्यूब इज इक्वल टू a क्यूब प्लस b क्यूब प्लस 3ab इंटू a प्लस b। चाहे तुसी कई बार आप इस फॉर्म च फॉर्मूला बेटा याद करते हैं तो ये विचों जे आपां ब्रैकेट खोल दिंने तो इस फॉर्म च भी साडे कोल फॉर्मूला बेटे बन जाता है a क्यूब प्लस b क्यूब प्लस 3ab नूं बेटा a नाल मल्टीप्लाई कीता 3a स्क्वायर b प्लस 3ab स्क्वायर। ते दूसरा बेटे फॉर्मूला तुहानूं पता होएगा इहदे नाल दा आपां किहड़ा करदे हुंदे आ a माइनस b दा। तुसीं बोल सकदे हो की होएगा, हाँ जी a क्यूब माइनस b क्यूब माइनस 3ab इंटू a माइनस b। तो जदों असीं ब्रैकेट खोलांगे की बन जाएगा a क्यूब माइनस b क्यूब माइनस 3ab नूं बेटे a नाल मल्टीप्लाई कीता 3a स्क्वायर b। जो हुण बेटे माइनस ते माइनस दी मल्टीप्लीकेशन की हो जाती है प्लस 3ab स्क्वायर। हुण ये तुहाडे क्वेश्चन ते डिपेंड करदा कि किहो जिहा क्वेश्चन है, आपां इस फॉर्म च फॉर्मूला यूज करना है इहदे विच यूज करना है, या जिस च भी कर लो आंसर च कोई प्रॉब्लम नहीं आंदी। हुण बेटे असीं सवाल करदे हां फाइंड द वैल्यू ऑफ, जिवें तुहाडे कोल लिखिआ 99 दा क्यूब। इहो जिहे क्वेश्चन बेटे बहुत बार पेपर च आंदे हैं। हुण तुसीं किवें सोल्यूशन करोगे दा, हाँ जी सब तो पहला तो असीं 99 दे क्यूब नूं असीं की लिखांगे, बिल्कुल ठीक। हुण तुहानूं आंदे पए सवाल 100 माइनस 1 दा क्यूब। ते हुण बेटे अपने कोल केड़ा फार्मूला अप्लाई हो रहा है ते a माइनस b होल, आप इत्थे लिखांगे वी नो दैट। हुण मैं फार्मूला नहीं लिखांगी दोबारा क्योंकि अपने कोल स्पेस घट है, पर तुसी पेपर च जरूर लिखना इत्थे वी नो दैट, आ फार्मूला लिखांगे असीं, ठीक है बेटे। फिर फार्मूले नाल कंपेयर करके असीं लिखांगे a की दे बराबर है, इस फार्मूले नाल कंपेयर करो 100 दे, और b की दे बराबर है बेटा 1 दे। हुण इहदे तुसीं जिहड़ा तुहाडे कोल फार्मूले दा LHS है, आपां आ वाली फॉर्म च भर दिन्ने, आ वाली ले लैने, आपां इहदे च वैल्यूज भर दिन्ने बेटे। तां 100 माइनस 1 दा क्यूब होल क्यूब इज इक्वल टू a क्यूब, यानी कि 100 दा क्यूब माइनस b क्यूब यानी 1 दा क्यूब। मैं इहदे च भर रही हूं बेटे माइनस 3 मल्टीप्लाई a किन्ना बेटा 100 ते b किन्ना मल्टीप्लाई 1 a माइनस b, a किन्ना बेटे 100 माइनस 1। ये आपां बेटे वैल्यू भरती है। हुण 100 दा क्यूब 100 गुना 100 गुना 100 तीन बार करांगे बेटे, तो अपने कोल इस तरह 6 जीरोस, माइनस 1 दा क्यूब बेटा 1।
ਹੁਣ ਇਹ ਤੁਹਾਡੇ ਕੋਲ ਬਣ ਗਿਆ -300 × 100 - 1 ਕੀ ਬਣ ਗਿਆ ਦੇਖੋ -300 ਨੂੰ 100 ਨਾਲ ਮਲਟੀਪਲਾਈ ਕੀਤੀ 3000 -300 ਨੂੰ ਬੇਟਾ -1 ਨਾਲ ਕੀਤਾ +300। ਹੁਣ ਤੁਸੀਂ ਕੀ ਕਰਨਾ ਹੈ ਇਹਦੇ ਵਿੱਚ ਤੁਸੀਂ ਈਜ਼ੀ ਹੁੰਦਾ ਬੇਟੇ ਕਿ ਪਲੱਸ ਵਾਲੀਆਂ ਟਰਮਸ ਨੂੰ ਇਕੱਠੇ ਐਡ ਕਰ ਲਓ। ਜਿਵੇਂ ਹੁਣ ਆ ਦੋਨੋਂ ਟਰਮਸ ਹੈ ਇਹਨਾਂ ਨੂੰ ਇਕੱਠੇ ਐਡ ਕਰਕੇ 0 0 3 0 0 0 1 ਇਹਦੇ ਵਿੱਚ ਆਪਾਂ 300 ਐਡ ਕਰ ਲਿਆ। ਇਹਦੇ ਵਿੱਚ ਬੇਟੇ ਆਪਾਂ 1 ਐਡ ਕਰ ਲਿਆ। ठीक है तो ਤੁਹਾਡੇ ਕੋਲੇ ਤੁਸੀਂ ਇਹਨੂੰ ਜਦੋਂ ਸਬਟ੍ਰੈਕਟ ਕਰੋਗੇ ਤੁਹਾਡੇ ਕੋਲ ਆਨਸਰ ਆ ਜਾਏਗਾ 970299 ਆ ਬੇਟੇ ਤੁਹਾਡੇ ਕੋਲ ਆਨਸਰ ਆ ਜਾਏ। ਇਸ ਤਰ੍ਹਾਂ ਦੇ ਕੁਐਸਚਨ ਬਹੁਤ ਇੰਪੋਰਟੈਂਟ ਹੈ ਬੇਟੇ। ਇਹੋ ਜਿਹਾ ਕੁਐਸਚਨ ਜਾਂ ਕਈ ਵਾਰ ਤੁਹਾਨੂੰ ਪੁੱਛ ਲਿਆ ਜਾਂਦਾ ਹੈ ਸੌਰੀ ਜਿਵੇਂ 101 ਦਾ ਕਿਊਬ 105 ਦਾ ਕਿਊਬ है ना 97 ਦਾ ਕਿਊਬ ਇਸ ਤਰ੍ਹਾਂ ਦੇ ਕੁਐਸਚਨ ਤੁਹਾਡੀ ਕਲਾਸ 'ਚ ਕਾਫੀ ਦਿੱਤੇ ਹੋਏ ਨੇ ਤੁਹਾਡੇ ਬੁੱਕ ਦੇ ਵਿੱਚ। ਇਹਨਾਂ ਨੂੰ ਅੱਛੀ ਤਰ੍ਹਾਂ ਬੇਟੇ ਜਿਹੜੇ ਹੈ ਤੁਸੀਂ ਸੋਲਵ ਕਰਕੇ ਦੇਖੋ। ਉਸ ਤੋਂ ਬਾਅਦ ਬੇਟੇ ਜਿਹੜਾ ਤੁਹਾਡੇ ਕੋਲ ਨੈਕਸਟ ਫਾਰਮੂਲਾ ਆਪਾਂ ਜਿਹੜਾ ਯੂਜ਼ ਕਰਦੇ ਹਾਂ ਗੁਣਨਖੰਡੀਕਰਨ ਲਈ ਉਹ ਫਾਰਮੂਲਾ ਹੈ x³ + y³ = x + y ਇਨਟੂ ਇਹ ਬੇਟੇ ਫਾਰਮੂਲਾ ਇੱਕ ਵਾਰੀ ਦੇਖ ਲਓ x + y * x² - xy + y²। दूसरा है बेटे x³ - cube = x - y * x² + xy + y²। ਇਹ ਦੋ ਫਾਰਮੂਲੇ ਤੁਹਾਨੂੰ ਯਾਦ ਹੋਣੇ ਚਾਹੀਦੇ ਹਨ। ਤੁਹਾਡੇ ਅੱਗੇ ਕੁਐਸਚਨ ਪਿਆ ਹੈ 27y³ + 125z³ ਦਾ ਗੁਣਨਖੰਡੀਕਰਨ ਕਰੋ। ਹਾਂਜੀ ਬੇਟਾ ਇਹਦੇ ਦੋਨਾਂ ਚ ਤੁਸੀਂ ਮੈਨੂੰ ਦੱਸ ਸਕਦੇ ਹੋ ਆ ਪਹਿਲਾ ਫਾਰਮੂਲਾ ਦੂਜਾ ਕਿਹੜਾ ਆਪਾਂ ਇਹਦੇ ਵਿੱਚ ਯੂਜ਼ ਕਰਾਂਗੇ ਪਹਿਲਾ ਫਾਰਮੂਲਾ ਬਿਲਕੁਲ ਠੀਕ ਹੈ। ਸੋਲੂਸ਼ਨ ਲਈ ਬੇਟੇ ਅਸੀਂ ਕਿਵੇਂ ਕਰਾਂਗੇ ਪਹਿਲਾਂ ਸਾਨੂੰ ਜੋ ਰਕਮ ਦਿੱਤੀ ਹੈ ਅਸੀਂ ਉਹਨੂੰ ਲਿਖ ਲੈਣਾ ਹੈ। ਪਹਿਲਾਂ ਅਸੀਂ ਦੇਖਣਾ ਹੈ ਬੇਟੇ ਕਾਹਦਾ ਹੋਲ ਕਿਊਬ ਬਣਦਾ 27y³ 3y ਦਾ ਪਤਾ ਹੈ ਬੇਟੇ ਆਪਾਂ ਨੂੰ ਬ੍ਰੈਕਟ ਚ ਲਿਖਣਾ ਇਹਨੂੰ ਫਿਰ +5z ਦਾ ਹੋਲ ਕਿਊਬ। ਹੁਣ ਅਸੀਂ ਇਹ ਵਾਲਾ ਫਾਰਮੂਲਾ ਫਿਰ ਅਸੀਂ ਇੱਥੇ ਲਿਖਾਂਗੇ ਵੀ ਨੋ ਦੈਟ ਹਾਂਜੀ ਕਿਹੜਾ ਫਾਰਮੂਲਾ ਲਗਾ ਰਹੇ ਹਾਂ ਅਸੀਂ x³ + y³ = x + y * x² - xy + y²। ਠੀਕ ਹੈ ਬੇਟੇ ਹੁਣ ਅਸੀਂ ਇਹਨੂੰ ਇਹਦੇ ਨਾਲ ਕੰਪੇਅਰ ਕਰਕੇ ਲਿਖ ਲਵੋ ਪਹਿਲਾਂ x ਕਿਹਦੇ ਬਰਾਬਰ ਹੈ ਬੇਟਾ 3y ਦੇ ਜੇ ਆਪਾਂ ਫਾਰਮੂਲੇ ਨਾਲ ਕੰਪੇਅਰ ਕਰਦੇ ਹਾਂ ਤੇ y ਕਿਹਦੇ ਬਰਾਬਰ ਹੈ ਬੇਟਾ 5z ਦੇ। ਤਾਂ ਅਸੀਂ ਹੁਣ ਇਹਦੇ ਵਿੱਚ ਰਜੇ ਫਾਰਮੂਲਾ ਇਹਨੂੰ ਫਾਰਮੂਲਾ ਯੂਜ਼ ਕਰਕੇ ਅਸੀਂ ਇਹਨੂੰ ਐਕਸਪੈਂਡ ਕਰ ਦਿੰਨੇ ਆ। ਤੁਹਾਡੇ ਕੋਲ ਕੀ ਸੀ 3y ਦਾ ਕਿਊਬ + 5z ਦਾ ਕਿਊਬ ਬਰਾਬਰ ਹੈ x + y यानी 3y + 5z * x² यानी 3y ਦਾ ਸਕੁਅਰ। ਕੀ ਮੈਂ ਠੀਕ ਲਿਖਿਆ ਹੈ 3y ਦਾ ਸਕੁਅਰ? ਹਾਂਜੀ ਨਹੀਂ ਇਹ ਰੋਂਗ ਹੈ ਆਪਾਂ ਨੂੰ ਵੀ ਹੈਵ ਟੂ ਪੁੱਟ ਅ ਬ੍ਰੈਕਟ ਹੇਅਰ ਆਲਸੋ ਠੀਕ ਹੈ -xy x ਕਿੰਨਾ ਹੈ ਤੁਹਾਡੇ ਕੋਲ 3y ਤੇ y ਕਿੰਨਾ ਹੈ 5z ਪਲੱਸ y ਦਾ ਸਕੁਅਰ ਯਾਨੀ ਕਿ 5z ਦਾ ਫਿਰ ਇੱਥੇ ਮੈਨੂੰ ਬ੍ਰੈਕਟ ਪਾ ਕੇ ਇਸ ਤਰ੍ਹਾਂ ਬ੍ਰੈਕਟ ਪਾਣੀ ਪਏਗੀ। ਹਾਂਜੀ ਬੇਟਾ ਕੀ ਬਣ ਗਿਆ ਤੁਹਾਡੇ ਕੋਲ ਇਹ 3y + 5z ਹਾਂਜੀ 3y ਦਾ ਸਕੁਅਰ 9y ਦਾ ਸਕੁਅਰ -15yz + 25z ਦਾ ਸਕੁਅਰ। ਇਹ ਤੁਹਾਡੇ ਕੋਲ ਬੇਟੇ ਆਨਸਰ ਗੁਣਨਖੰਡੀਕਰਨ ਬਣ। ਤਾਂ ਇਸ ਤਰ੍ਹਾਂ ਹੀ ਬੇਟੇ ਜੇ ਇੱਥੇ ਸਾਡੇ ਕੋਲ ਮਾਈਨਸ ਹੁੰਦਾ ਫਿਰ ਅਸੀਂ ਦੂਸਰਾ ਜਿਹੜਾ ਫਾਰਮੂਲਾ ਉਹ ਯੂਜ਼ ਕਰ ਲੈਣਾ ਸੀ। ਇਹ ਕੁਐਸਚਨ ਵੀ ਬੇਟੇ ਬਹੁਤ ਇੰਪੋਰਟੈਂਟ ਹਨ। ਉਸ ਤੋਂ ਬਾਅਦ ਨੈਕਸਟ ਮੈਂ ਪਹਿਲੀ ਐਕਸਰਸਾਈਜ਼ ਆਪਾਂ ਕਿਉਂਕਿ ਥੋੜੀ ਜਿਹੀ ਰਿਵਾਈਜ਼ ਕੀਤੀ ਸੀ ਨਾ ਪਿਛਲੇ ਲੈਕਚਰ 'ਚ ਇਸ ਕਰਕੇ ਮੈਂ ਇੱਕ ਕੁਐਸਚਨ ਵੀ ਲਿਆ। ਇਹੋ ਜਿਹਾ ਕੁਐਸਚਨ ਵੀ ਬੇਟੇ ਤੁਹਾਨੂੰ ਪੁੱਛਿਆ ਜਾਂਦਾ ਹੈ 0.47 ਦਾ ਬਾਰ ਨੂੰ p/q ਦੇ ਰੂਪ ਵਿੱਚ ਲਿਖੋ ਜਿੱਥੇ q should not be equal to 0। ਇਹ ਕੁਐਸਚਨ ਬੇਟੇ ਆਪਾਂ ਨੂੰ ਪਤਾ ਹੈ ਇਹਦਾ ਅਰਥ ਕੀ ਹੁੰਦਾ ਹੈ ਕਿ ਆਪਾਂ ਇਸ ਨੂੰ 0.4777 ਡੈਸ਼ ਡੈਸ਼ ਇਹ ਲਿਖ ਸਕਦੇ ਹਾਂ ਕਿਉਂਕਿ 7 ਤੇ ਬਾਰ ਹੈ ਇਹਨੂੰ ਅਸੀਂ ਕੀ ਮੰਨ ਲੈਂਦੇ ਹਾਂ ਬੇਟੇ x ਠੀਕ ਹੈ ਜੀ ਮੰਨ ਲਵੋ x। ਹੁਣ ਬੇਟੇ ਜਿੰਨੇ ਇਹਦੇ ਵਿੱਚ ਅਕਸ਼ਰ ਤੁਹਾਡੇ ਕੋਲ ਜਿੰਨੇ ਅੰਕ ਰਿਪੀਟ ਹੋ ਰਿਹਾ ਉਹਦੇ ਨਾਲ ਦੋਵੇਂ ਪਾਸੇ ਗੁਣਾ ਕਰ ਦਵੋ। ਦੋਵੇਂ ਪਾਸੇ ਕਿੰਨੇ ਨਾਲ ਗੁਣਾ ਕਰਾਂਗੇ 10 ਨਾਲ ਗੁਣਾ ਕਰਨ ਤੇ ਕਿੰਨਾ ਆ ਗਿਆ ਬੇਟੇ ਤੁਹਾਡੇ ਕੋਲ 10x ਬਰਾਬਰ ਹੈ 4.777 ਡੈਸ਼। ਹੁਣ ਬੇਟੇ ਤੁਹਾਡੇ ਅਧਿਆਪਕ ਸਾਹਿਬਾਨ ਨੇ ਐਵੇਂ ਕਰਾਇਆ ਹੋ ਸਕਦਾ ਹੈ ਕਿ ਆਪਾਂ ਪਹਿਲਾਂ ਜੋ ਜਿਹਦੇ ਤੇ ਬਾਰ ਨਹੀਂ ਹੈ ਉਹਨੇ ਅੰਕ ਇੱਧਰ ਲੈ ਕੇ ਆਨੇ ਆ ਫਿਰ ਉਵੇਂ ਵੀ ਕਰ ਸਕਦੇ ਹਾਂ ਉਹ ਸਟੈਪ ਵੀ ਠੀਕ ਹੈ। ਨਹੀਂ ਹੁਣ ਤੁਸੀਂ ਇਹਨੂੰ ਡਾਇਰੈਕਟਲੀ ਇਹਦੇ ਚੋਂ ਮਾਈਨਸ ਕਰ ਸਕਦੇ ਹੋ ਤਾਂ ਤੁਹਾਡੇ ਕੋਲ ਬੇਟੇ ਕਿੰਨਾ ਆ ਜਾਏਗਾ ਮਾਈਨਸ ਕਰਕੇ ਇੱਥੇ ਕਿੰਨਾ ਆ ਗਿਆ 9x ਇੱਥੇ ਬੇਟੇ ਦੇਖੋ ਪਿੱਛੇ ਸਾਰੇ ਕਿਤੇ 0 ਇੱਥੇ ਕਿੰਨਾ ਆ ਜਾਏਗਾ 3.4
ਤਾਂ x ਕਿੰਨਾ ਆ ਜਾਏਗਾ ਤੁਹਾਡੇ ਕੋਲ 4.3/9 ਯਾਨੀ ਆ ਜਿਹੜਾ ਬੇਟੇ 10 ਦਸ਼ਮਲਵ ਵਾਲਾ ਹੈ ਤੁਹਾਡੇ ਕੋਲ 43/90 ਹੈ ਜਿਹੜਾ ਆਨਸਰ ਆ ਜਾਏਗਾ। ਤਾਂ ਇਸ ਤਰ੍ਹਾਂ ਦੇ ਬੇਟੇ ਕੁਐਸਚਨ ਵੀ ਪੇਪਰ ਦੇ ਵਿੱਚ ਬੜੇ ਇੰਪੋਰਟੈਂਟ ਹੈ ਜਿਹੜੇ ਪੁੱਛੇ ਜਾਂਦੇ ਹਨ। ਇੱਕ ਬੇਟੇ ਇਹ ਵਾਲਾ ਕੁਐਸਚਨ ਤੁਸੀਂ ਜ਼ਰੂਰ ਇਹਦੇ ਨਾਲ ਦਾ ਕਰਨਾ ਹੈ। 3 ਜਦੋਂ ਹਰ ਦਾ ਪਰਿਮੇय ਕਰਨ ਦਾ ਅਰਥ ਕੀ ਹੁੰਦਾ ਹੈ ਕਿ ਅਸੀਂ ਹਰ ਦੇ ਵਿੱਚੋਂ ਇਹ ਜਿਹੜੇ ਵਰਗਮੂਲ ਹੈ ਜੋ ਅਪਰਿਮੇय ਸੰਖਿਆਵਾਂ ਨੇ ਉਹਨਾਂ ਨੂੰ ਅਸੀਂ ਖਤਮ ਕਰਨਾ ਹੈ। ਉਹਦਾ ਹੁਣ ਤਰੀਕਾ ਬੇਟੇ ਆਪਾਂ ਨੂੰ ਸਾਰਿਆਂ ਨੂੰ ਆਉਂਦਾ ਹੈ। ਕੁਐਸਚਨ ਆਪਾਂ ਕੀ ਕਰਦੇ ਹਾਂ, ਉਸ ਨੂੰ ਜੋ ਆਪਾਂ ਨੂੰ ਹਰ ਦੇ ਵਿੱਚ ਦਿੱਤਾ ਹੋਇਆ ਜੋ ਪਦ ਦਿੱਤੇ ਉਹਦੇ ਵਿੱਚ ਅਸੀਂ ਵਿਚਲਾ ਸਾਈਨ ਬਦਲ ਕੇ ਉਸ ਨੂੰ ਅਸੀਂ ਅੰਸ਼ ਤੇ ਹਰ ਦੋਨਾਂ ਨਾਲ ਗੁਣਾ ਕਰ ਦਿੰਦੇ ਹਾਂ, ਠੀਕ ਹੈ ਨਾ। ਜਾਂ ਆਪਾਂ ਇਹ ਕਹਿੰਦੇ ਉਸੇ ਰਕਮ ਨਾਲ ਭਾਗ ਉਸੇ ਨਾਲ ਗੁਣਾ, ਜਿਵੇਂ ਕਿਉਂਕਿ ਆਪਸ ਵਿੱਚ ਇਕੱਠੇ ਜਾ ਕੇ ਤੁਹਾਡੀ ਜਿਹੜੀ ਸਟੇਟ ਜੋ ਤੁਹਾਡੀ ਰਕਮ ਹੈ ਜੋ ਦਿੱਤੀ ਹੋ ਉਹੀ ਰਹੇਗੀ। ਲੇਕਿਨ ਆਪਾਂ ਇਹਨੂੰ ਯੂਜ਼ ਕਿਵੇਂ ਕਰਦੇ ਹਾਂ, ਤੇ ਨੀਚੇ ਦੇਖੋ ਬੇਟਾ ਇਹ a - b a + b ਇੱਥੇ ਆਪਾਂ ਲਿਖਣਾ ਹੈ। ਅਸੀਂ ਕਿਹੜਾ ਫਾਰਮੂਲਾ ਯੂਜ਼ ਕੀਤਾ ਹੈ, ਅਸੀਂ ਲਿਖਣਾ ਹੈ ਇਹ ਕਿਹਦੇ ਬਰਾਬਰ ਹੈ a² - b²। ਤੇ ਮੈਂ ਹੁਣ ਇੱਕ ਦੋ ਸਟੈਪ ਖਤਮ ਯੂਜ਼ ਇਕੱਠੇ ਕਰ ਰਹੀ ਹਾਂ ਕਿਉਂਕਿ ਆਪਣੇ ਕੋਲ ਥੋੜਾ ਟਾਈਮ ਦਾ ਸ਼ਾਰਟੇਜ ਹੈ ਬੇਟੇ। ਤਾਂ a + b a - b ਇਹ ਤੁਹਾਡੇ ਕੋਲ ਕੀ ਬਣ ਗਿਆ a² - b²। ਤਾਂ ਸਾਡੇ ਕੋਲ ਇਹ ਇਸ ਤਰ੍ਹਾਂ ਨਾਲ 5 ਦਾ ਸਕੁਅਰ ਬੇਟਾ ਵਰਗਮੂਲ 5 ਦਾ ਸਕੁਅਰ 5 प्लस वर्गमूल माइनस वर्गमूल 3 का स्क्वायर 3। तो ये ਤੁਹਾਡੇ ਕੋਲ ਇਹ ਬੇਟੇ ਤਾਂ ਇਸ ਤਰ੍ਹਾਂ ਤੁਹਾਡਾ ਜਿਹੜਾ ਹਰ ਹੈ ਤੁਹਾਡਾ ਇਹ ਪਰਿਮੇय ਇਹ ਹੋਗੀ ਜਿਹੜੀ ਪਹਿਲਾਂ ਸਾਡੇ ਕੋਲ ਅਪਰਿਮੇय ਸੰਖਿਆ ਸੀ ਲੇਕਿਨ ਹੁਣ ਐਂਡ ਦੇ ਵਿੱਚ ਇਹ ਪਰਿਮੇय ਸੰਖਿਆ ਜਿਹੜੀ ਬਣ ਗਈ। ਤਾਂ ਇਸ ਤਰ੍ਹਾਂ ਬੇਟੇ ਇਹ ਜੇ ਕੁਐਸਚਨ ਹੈ ਜਿਹੜੇ ਬਹੁਤ ਇੰਪੋਰਟੈਂਟ ਹੈ ਔਰ ਪੇਪਰ 'ਚ ਪੁੱਛੇ ਜਾਂਦੇ ਆ। ਤਾਂ ਕੁਝ ਇੱਕ ਪ੍ਰਸ਼ਨਾਂ ਦੀ ਜੇ ਆਪਾਂ ਪ੍ਰੈਕਟਿਸ ਕਰ ਲਈ ਇਹਨਾਂ ਦੇ ਨਾਲ ਦੇ ਤੇ ਆਪਣੇ ਪੇਪਰ 'ਚ ਸਵਾਲ ਜਿਹੜੇ ਜਲਦੀ ਸੋਲਵ ਹੋ ਜਾਂਦੇ ਆ। ਹੁਣ ਬੇਟੇ ਮੈਂ ਤੁਹਾਨੂੰ ਥੋੜਾ ਜਿਹਾ ਇੱਕ ਦੇਖ ਰਹੀ ਸੀ ਕਿ ਆਪਣੇ ਕੋਲ 5-7 ਮਿੰਟ ਨੇ ਆਪਾਂ ਦੇਖਣਾ ਹੈ ਕਿ ਤੁਸੀਂ ਪੇਪਰ ਜਦੋਂ ਕਰਨਾ ਹੈ ਉਹਦੇ ਲਈ ਤੁਹਾਡੇ ਲਈ ਥੋੜੇ ਜਿਹੇ ਇੰਪੋਰਟੈਂਟ ਟਿਪਸ ਮੈਂ ਲਿਖੇ ਸੀ ਕਿ ਤੋਂ ਪੇਪਰ ਹਰੇਕ ਬੱਚਾ ਜੇ ਯਾਦ ਰੱਖੂਗਾ ਬੇਟੇ ਛੋਟੀਆਂ-ਛੋਟੀਆਂ ਚੀਜ਼ਾਂ ਨਾਲ ਪੇਪਰ ਦੀ ਪਰਫਾਰਮੈਂਸ ਤੇ ਕਾਫੀ ਫਰਕ ਪੈਂਦਾ ਹੈ। ਇੱਕ ਤਾਂ ਬੇਟੇ ਜਦੋਂ ਵੀ ਤੁਸੀਂ ਪੇਪਰ 'ਚ ਜਾਣਾ ਤੁਹਾਡੇ ਕੋਲ ਤੁਹਾਡੀ ਜਿਓਮੈਟਰੀ ਬਾਕਸ ਫੁੱਲ ਹੋਣੀ ਚਾਹੀਦੀ ਹੈ ਵਿੱਚ ਤੁਹਾਡੇ ਕੋਲ ਤੁਹਾਡੇ ਪ੍ਰਕਾਰ ਫੁੱਟਾ ਪੈਨਸਿਲ ਇਰੇਜ਼ਰ ਡੀ ਠੀਕ ਹੈ ਨਾ ਤੇ ਪੈਨ ਤੁਹਾਡੇ ਕੋਲ 2 ਜਾਂ 3 ਪੈਨ ਹੋਣ ਪੇਪਰ ਕਰਨ ਲਈ। ਇਹ ਸਾਰੀਆਂ ਚੀਜ਼ਾਂ ਬੇਟੇ ਜੋ ਵੀ ਇੰਪੋਰਟੈਂਟ ਨੇ। ਹੁਣ ਅਸੀਂ ਦੇਖਦੇ ਹਾਂ ਪੇਪਰ ਦੇ ਵਿੱਚ ਬੱਚੇ ਆਪਣਾ ਸਕੇਲ ਨਹੀਂ ਲੈ ਕੇ ਆਏ ਮੈਥਮੈਟਿਕਸ ਤੇ ਇਹਨਾਂ ਚੀਜ਼ਾਂ ਦੀ ਲੋੜ ਪੈਣੀ ਹੈ। ਤਾਂ ਤੁਸੀਂ ਕੀ ਕਰਦੇ ਹੋ ਫਿਰ ਆਪਣੇ ਨਾਲ ਵਾਲੇ ਬੱਚੇ ਤੋਂ ਮੰਗਦੇ ਹੋ ਫਿਰ ਤੁਹਾਨੂੰ ਬੇਟਾ ਟੀਚਰ ਗੁੱਸੇ ਹੋਏਗਾ ਨੈਚੁਰਲੀ ਉਹਨਾਂ ਨੇ ਐਗਜ਼ਾਮ ਲੈਣਾ ਤੇ ਡਿਸਟਰਬੈਂਸ ਨਹੀਂ ਹੋਣੀ ਚਾਹੀਦੀ। ਇਸ ਕਰਕੇ ਇਹ ਹੈਬਿਟ ਬਣਾਓ ਕਿ ਤੁਹਾਡੇ ਕੋਲ ਸਾਰਾ ਸਮਾਨ ਹੋਵੇ ਆਪਣਾ। ਫਿਰ ਬੇਟੇ ਬੜਾ ਇੰਪੋਰਟੈਂਟ ਹੁੰਦਾ ਟਾਈਮ ਮੈਨੇਜਮੈਂਟ। ਅਸਲ 'ਚ ਅਸੀਂ ਕਈ ਵਾਰ ਦੇਖਦੇ ਹਾਂ ਬੱਚੇ ਸ਼ੁਰੂ 'ਚ ਬੜਾ ਹੀ ਉਹਨੂੰ ਸੋਹਣਾ ਹੌਲੀ ਇੰਨਾ ਲੱਗਦੇ ਆ ਕਰਨ ਕਿ ਹਾਫ ਟਾਈਮ ਬੀਤ ਜਾਂਦਾ ਔਰ ਉਧਰੋਂ ਤੁਹਾਡੇ ਕੋਲ ਤੁਹਾਨੂੰ ਯਾਦ ਹੈ ਨਾ ਤੁਹਾਡੇ 4 ਪਾਰਟ ਹੋਣੇ ਆ ਤਾਂ ਤੁਸੀਂ ਉਧਰੋਂ 2 ਹੀ ਪਾਰਟ ਖਤਮ ਕੀਤੇ ਹੁੰਦੇ ਆ ਕਿਉਂਕਿ ਪਹਿਲੇ ਪਾਰਟ 'ਚ ਤਾਂ ਹੈ ਹੀ ਕੁਐਸਚਨ ਸਿਰਫ ਇੱਕ ਅੰਕ ਦੇ 8 ਕੁਐਸਚਨ ਹੈ ਤਾਂ ਤੁਸੀਂ ਹਜੇ ਬਾਕੀ ਜਿਹੜਾ ਜ਼ਿਆਦਾ ਟਾਈਮ ਵਾਲੇ ਉਹ ਪਿਛਲੇ 2 ਪਾਰਟਸ ਤੇ ਲੱਗਦਾ ਸੀ ਤੇ ਡੀ ਦੇ। ਤਾਂ ਆਪਾਂ ਕਈ ਵਾਰ ਹਾਫ ਟਾਈਮ ਜਾਂ 2 ਘੰਟੇ ਤੱਕ ਅਸੀਂ ਪਹਿਲੇ ਹੀ 2 ਪਾਰਟ ਨਿਬੇੜੇ ਆ ਬਾਕੀ ਹਜੇ ਦੋਨੋਂ ਪਾਰਟ ਰਹਿੰਦੇ ਆ। ਤਾਂ ਇਸ ਤਰ੍ਹਾਂ ਦੀ ਬੇਟਾ ਟਾਈਮ ਮੈਨੇਜਮੈਂਟ ਹੈ ਜਿਹੜੀ ਕਰਨੀ ਬਹੁਤ ਜ਼ਰੂਰੀ ਹੈ। ਪਹਿਲਾਂ ਹੀ ਤੁਹਾਡੇ ਮਨ 'ਚ ਹੋਣ ਕਿਹੜੇ ਜਿਹੜੇ ਬੱਚਿਆਂ ਨੇ ਬੇਟੇ ਫੁੱਲ ਮਾਰਕਸ ਲੈਣ ਦਾ ਹਰੇਕ ਬੱਚਾ ਚਾਹੁੰਦਾ ਅਸੀਂ ਲਈਏ ਤਾਂ ਇਹ ਚੀਜ਼ਾਂ ਇੰਪੋਰਟੈਂਟ ਨੇ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਵੀ ਮੈਂ ਪਹਿਲੇ ਅੱਧੇ ਘੰਟੇ 'ਚ ਆਪਣਾ ਫਰਸਟ ਪਾਰਟ ਨਿਬੇੜਨਾ ਜਾਂ 20 ਮਿੰਟ 'ਚ ਨਿਬੇੜਨਾ ਕਿਉਂਕਿ ਇੱਕ ਨੰਬਰ ਵਾਲੇ ਕੁਐਸਚਨ ਮੇਰਾ ਕੰਪਲੀਟ ਹੋਣਾ ਚਾਹੀਦਾ। ਉਸ ਤੋਂ ਬਾਅਦ ਅਗਲੇ ਜਿਹੜਾ ਪੂਰੇ 1 ਆਵਰ 'ਚ ਤੇ ਜਾਂ 1.5 ਘੰਟੇ ਤੱਕ ਮੈਂ ਆਪਣਾ ਜੋ ਪਹਿਲੇ 2 ਪਾਰਟ ਮੇਰੇ ਪੂਰੇ ਹੋਣੇ ਚਾਹੀਦੇ ਜਾਂ ਤੀਸਰਾ ਪਾਰਟ ਮੇਰਾ ਸ਼ੁਰੂ ਹੋ ਜਾਣਾ ਚਾਹੀਦਾ। ਇਸ ਕਰਕੇ ਬੇਟੇ ਟਾਈਮ ਮੈਨੇਜਮੈਂਟ ਹੈ ਜਿਹੜੀ ਪੇਪਰ 'ਚ ਬੜੀ ਇੰਪੋਰਟੈਂਟ ਹੁੰਦੀ ਹੈ। ਉਸ ਤੋਂ ਬਾਅਦ ਇੱਕ ਜਿਹੜੀ ਚੀਜ਼ ਤੁਹਾਨੂੰ ਦੱਸਣੀ ਹੈ ਬੇਟਾ ਸੀਕੁਐਂਸਿੰਗ। ਬੱਚੇ ਅਸਰ ਪੇਪਰ ਸ਼ੁਰੂ ਕਰ ਲੈਂਦੇ ਆ ਪਾਰਟ A ਤੋਂ ਸ਼ੁਰੂ ਕੀਤਾ ਪਹਿਲਾ ਦੂਜਾ ਤੇ ਉਵੇਂ ਉਸੇ ਸੀਰੀਅਲ 'ਚ ਜਾਈ ਜਾਂਦੇ ਪਰ ਕਈ ਵਾਰ ਆਪਾਂ ਦੇਖਦੇ ਹਾਂ ਕਿ ਸਾਨੂੰ ਜਿਹੜਾ ਜੀ 28ਵਾਂ ਪ੍ਰਸ਼ਨ ਹੈ ਮੈਨੂੰ ਪੇਪਰ ਮੈਂ ਖੋਲਿਆ ਪਹਿਲਾਂ ਪੂਰਾ ਪੇਪਰ ਪੜ੍ਹੋ। ਮੈਨੂੰ ਲੱਗਦਾ ਵੀ ਜਿਹੜਾ 28ਵਾਂ ਪ੍ਰਸ਼ਨ ਹੈ ਨਾ ਉਹਦੇ 'ਚ ਮੱਧਮਾਨ ਪਤਾ ਕਰਨਾ ਤੇ ਮੈਨੂੰ ਉਹ ਪ੍ਰਸ਼ਨ ਬਹੁਤ ਚੰਗੀ ਤਰ੍ਹਾਂ ਆਉਂਦਾ ਤਾਂ ਕੋਈ ਪ੍ਰੋਬਲਮ ਨਹੀਂ ਤੁਸੀਂ ਚਾਹੇ 28ਵਾਂ ਪ੍ਰਸ਼ਨ ਪਹਿਲਾਂ ਕਰੋ ਲੇਕਿਨ ਜ਼ਰੂਰੀ ਕੀ ਹੈ ਤੁਸੀਂ ਆਪਣਾ ਪ੍ਰਸ਼ਨ ਦਾ ਨੰਬਰ ਜ਼ਰੂਰ ਪਾਣਾ ਹੈ ਕੁਐਸਚਨ ਨੰਬਰ ਜ਼ਰੂਰ ਪਾਣਾ ਉਸ ਤੇ। ਇਹ ਨਹੀਂ ਕਿ ਆਪਾਂ ਉੱਥੇ ਕੁਐਸਚਨ ਨੰਬਰ 1 ਲਿਖਾ ਤੇ ਸਵਾਲ ਮੈਂ ਕਰ ਰਹੀ ਹਾਂ 28ਵਾਂ ਫਿਰ ਬੇਟੇ ਉਹਦੇ ਨੰਬਰ ਕਈ ਵਾਰ ਕੱਟੇ ਵੀ ਜਾਂਦੇ ਨੇ। ਇਸ ਕਰਕੇ ਚਾਹੇ ਜਿਹੜਾ ਮਰਜ਼ੀ ਸਵਾਲ ਕਰੋ ਆਪਾਂ ਨੂੰ ਕੋਈ ਸੀਕੁਐਂਸ ਇਹ ਨਹੀਂ ਕਿ 1 2 3 ਨਾਲ ਹੀ ਕਰਨਾ ਪਰ ਉਹ ਕੁਐਸਚਨ ਦਾ ਨੰਬਰ ਪਾਇਆ ਹੋਵੇ। ਫਿਰ ਬੇਟੇ ਹੈਂਡਰਾਈਟਿੰਗ ਬਹੁਤ ਅੱਛੀ ਹੈਂਡਰਾਈਟਿੰਗ ਸਾਫ਼ ਸੁਥਰੀ ਹੈਂਡਰਾਈਟਿੰਗ ਦੇ ਵਿੱਚ ਪੇਪਰ ਕਰੋ ਤਾਂ ਕਿ ਜਿਹੜਾ ਪੇਪਰ ਤੁਹਾਡਾ ਚੈੱਕ ਕਰ ਰਿਹਾ ਜੇ ਹੁਣ ਗੰਦੀ ਰਾਈਟਿੰਗ ਕਟਿੰਗਸ ਬਹੁਤ ਬੱਚੇ ਕਰਦੇ ਆ ਪਹਿਲਾਂ ਤਾਂ ਫਿਰ ਉਹ ਕਈ ਵਾਰੀ ਤੁਹਾਡਾ ਪਹਿਲਾ ਇੰਪ੍ਰੈਸ਼ਨ ਜਿਹੜਾ ਪੇਪਰ ਚੈੱਕ ਕਰਤੇ ਉਹ ਹੋ ਜਾਂਦਾ ਹੈ। ਇਸ ਕਰਕੇ ਆਪਣੀ ਹੈਂਡਰਾਈਟਿੰਗ ਅੱਛੀ ਕਰੋ ਸਾਫ਼ ਕਰੋ। ਉਸ ਤੋਂ ਬਾਅਦ
ਅਸੀਂ ਆਮ ਦੇਖਦੇ ਹਾਂ ਬੇਟੇ ਬੱਚੇ ਪੇਪਰ ਦੀ ਕੁਐਸਚਨ ਦੇ ਵਿੱਚ ਜਿਹੜੀ ਰਕਮ ਦਿੱਤੀ ਹੈ ਨਾ ਬੇਟੇ ਉਹ ਪੂਰੀ ਦੀ ਪੂਰੀ ਸ਼ੀਟ ਤੇ ਉਤਾਰਦੇ ਆ, ਉਹਦੀ ਬਿਲਕੁਲ ਜ਼ਰੂਰਤ ਨਹੀਂ ਹੁੰਦੀ। ਹਾਂ ਕਈ ਸਵਾਲ ਹੈ ਜਿਵੇਂ ਹੁਣ ਮੰਨ ਲਓ ਤੁਹਾਨੂੰ ਕੁਐਸਚਨ ਆ ਜਾਂਦਾ ਹੈ ਕਿ 99 ਦੀ 3 ਦਾ ਮੁੱਲ ਪਤਾ ਕਰੋ, ਇਹੋ ਜਿਹਾ ਛੋਟ ਉਹ ਤੁਸੀਂ ਚਾਹੇ ਲਿਖ ਲਵੋ, ਲੇਕਿਨ ਖਾਸ ਕਰਕੇ ਜਿਹੜੇ ਆਇਤਨ ਤੇ ਖੇਤਰਫਲ ਵਾਲੇ ਕੁਐਸਚਨ ਹੈ ਠੀਕ ਹੈ ਨਾ, ਉਹਨਾਂ ਦੀਆਂ ਵੱਡੀਆਂ ਵੱਡੀਆਂ ਸਟੇਟਮੈਂਟਸ ਲਿਖਣ ਦੀ ਜ਼ਰੂਰਤ ਨਹੀਂ ਹੁੰਦੀ। ਸਿਰਫ ਤੁਸੀਂ ਆਪਣਾ ਕੁਐਸਚਨ ਦਾ ਨੰਬਰ ਪਾਓ, ਉਸ ਤੋਂ ਬਾਅਦ ਤੁਸੀਂ ਉਹਦਾ ਸੋਲੂਸ਼ਨ ਸ਼ੁਰੂ ਕਰੋ, ਠੀਕ ਹੈ। ਤੇ ਉਸ ਤੋਂ ਬਾਅਦ ਬੇਟਾ ਇੱਕ ਬੜੀ ਇੰਪੋਰਟੈਂਟ ਗੱਲ ਹੈ ਰਫ ਵਰਕ ਦੀ। ਇਹਨੂੰ ਬੱਚੇ ਆਮ ਤੌਰ ਤੇ ਇਗਨੋਰ ਕਰਦੇ ਆ, ਪਰ ਇਹ ਬਹੁਤ ਇੰਪੋਰਟੈਂਟ ਹੈ ਬੇਟੇ। ਇਹ ਜਦੋਂ ਤੁਹਾਨੂੰ ਸ਼ੀਟ ਮਿਲਦੀ ਹੈ ਨਾ, ਮੰਨ ਲਓ ਤੁਹਾਡੀ ਇਸ ਸ਼ੀਟ ਤੇ ਤੁਸੀਂ ਕੰਮ ਕਰ ਰਹੇ ਹੋ, ਤਾਂ ਉਹ ਜਿਹੜਾ ਵੀ ਤੁਸੀਂ ਉਸੇ ਸ਼ੀਟ ਤੇ ਸਾਈਡ ਤੇ ਤੁਸੀਂ ਇੱਕ ਲਾਈਨ ਲਗਾ ਲਓ, ਉੱਥੇ ਤੁਸੀਂ ਉਸ ਕੁਐਸਚਨ ਦਾ, ਜਿਵੇਂ ਇੱਥੇ ਕੁਐਸਚਨ ਨੰਬਰ 28 ਮੈਂ ਕਰ ਰਹੀ ਹਾਂ, ਇਹਦਾ ਰਫ ਵਰਕ ਵੀ ਉਹਦੇ ਨਾਲ ਹੀ ਕਰ ਲਓ। ਉਹਦਾ ਫਾਇਦਾ ਕੀ ਹੈ ਕਿ ਤੁਸੀਂ ਜਦੋਂ ਪਿਛਲੀ ਸ਼ੀਟ ਤੇ ਕਰਦੇ ਹੋ ਉੱਥੇ ਤੱਕ ਟ੍ਰਾਂਸਫਰ ਕਰਦੇ ਹੋ ਵਾਪਸ, ਤਾਂ ਕਿਤੇ ਨਾ ਕਿਤੇ ਮਿਸਟੇਕ ਹੋ ਜਾਂਦੀ ਹੈ ਤੁਹਾਡੇ ਤੋਂ। ਸਾਹਮਣੇ ਕਰੋਗੇ ਤਾਂ ਐਟਲੀਸਟ ਉਹ ਮਿਸਟੇਕ ਹੋਣ ਦੇ ਚਾਂਸਸ ਤੁਹਾਡੇ ਕੋਲ ਘੱਟ ਹੁੰਦੇ ਆ। ਔਰ ਰਫ ਵਰਕ ਲਈ ਥੋੜੀ ਜਿਹੀ ਖੁੱਲੀ ਜਗ੍ਹਾ ਰੱਖੋ, ਬਿਲਕੁਲ ਹੀ ਐ ਨਹੀਂ ਕਿ ਤੁਸੀਂ ਇੰਨਾ ਕੁ ਜਾਈ ਮਾਰਜਿਨ ਲਿਆ ਤੇ ਉੱਥੇ ਤੁਹਾਡੇ ਤੋਂ ਫਿਰ ਗੁਨਾ ਹੀ ਨਹੀਂ ਹੁੰਦੀ, ਉਨੀ ਸਪੇਸ ਨਹੀਂ ਬਚਦੀ। ਤੇ ਇੱਕ ਚੀਜ਼ ਮੈਂ ਹੋਰ ਦੇਖੀ ਹੈ ਬੇਟੇ, ਆਮ ਤੌਰ ਤੇ ਬੱਚੇ ਸ਼ੀਟ ਲੈ ਕੇ ਉੱਤੇ ਲਾਈਨਾਂ ਮਾਰਨੀਆਂ, ਅੱਗੇ ਉਹ ਦੋ ਲਾਈਨਾਂ, ਇਹਨਾਂ ਤੇ ਟਾਈਮ ਨਹੀਂ ਵੇਸਟ ਕਰਨਾ। ਤੁਹਾਡੀ ਕਲਾਸ ਵੱਡੀ ਹੈ, ਹੁਣ ਤੁਹਾਨੂੰ 28 ਕੁਐਸਚਨ ਤੁਸੀਂ 3 ਘੰਟੇ ਚ ਕਰਨੇ ਆ, ਇਸ ਕਰਕੇ ਉਹਨਾਂ ਤੇ ਟਾਈਮ ਨਹੀਂ ਕਰਨਾ। ਸਿਰਫ ਇੱਕ ਸਿੰਗਲ ਲਾਈਨ ਲਗਾ ਲਓ ਜਾਂ ਥੋੜੀ ਜਿਹੀ ਸ਼ੀਟ ਫੋਲਡ ਕਰ ਲਓ, ਉਹਦੇ ਨਾਲ ਵੀ ਤੁਹਾਡੇ ਮਾਰਜਿਨ ਹੈ ਜਿਹੜੇ ਬਣ ਜਾਂਦੇ। ਉਸ ਤੋਂ ਬਾਅਦ ਬੇਟੇ ਮੈਂ ਬਾਰ-ਬਾਰ ਕਹਿੰਦੀ ਹੁੰਦੀ ਆ ਤੁਹਾਨੂੰ ਕਿ ਹਰੇਕ ਕੁਐਸਚਨ ਕਰਕੇ ਆਣਾ ਬੇਟੇ, ਦੈਟ ਇਜ਼ ਅ ਵੈਰੀ ਇੰਪੋਰਟੈਂਟ ਟਿਪ। ਕਿਉਂ? ਇਹਦਾ ਰੀਜ਼ਨ ਹੈ, ਮੰਨ ਲਓ 28 ਪ੍ਰਸ਼ਨ ਹੈ, ਤੁਸੀਂ ਪੇਪਰ ਸਾਡੇ ਕੋਲ ਆਉਂਦੇ ਬੱਚੇ ਕੀ ਕਰਦੇ ਆ ਕਿ ਉਹਦੇ ਵਿੱਚ ਜਿਵੇਂ ਮੰਨ ਲਓ ਦੂਜਾ ਪ੍ਰਸ਼ਨ ਇਹ ਤਾਂ ਮੈਨੂੰ ਆਂਦਾ ਨਹੀਂ, ਕਰਨਾ ਹੀ ਨਹੀਂ। ਉਸ ਤੋਂ ਬਾਅਦ ਸਪੈਸ਼ਲੀ ਜਿਹੜੇ 4 ਨੰਬਰ ਵਾਲੇ ਪ੍ਰਸ਼ਨ ਹੈ ਉਹ ਬੱਚੇ ਇਹ ਤਾਂ ਆਂਦਾ ਨਹੀਂ, ਜਿਓਮੈਟਰੀ ਦਾ ਮੈਨੂੰ ਆਂਦਾ ਨਹੀਂ, ਇਸ ਤਰ੍ਹਾਂ ਨਹੀਂ ਕਰਨਾ। ਹਰੇਕ ਕੁਐਸਚਨ ਪਹਿਲਾਂ ਤੁਸੀਂ ਜਿੰਨੇ ਆਂਦੇ ਉਹ ਕਰ ਲਓ, ਉਸ ਤੋਂ ਬਾਅਦ ਜਿਹੜੇ ਨਹੀਂ ਆਂਦੇ ਉਹਨਾਂ ਨੂੰ ਐ ਨਹੀਂ ਕਿ ਕੰਪਲੀਟਲੀ ਛੱਡਣਾ। ਮੰਨ ਲਓ ਮੈਨੂੰ ਇੱਕ ਕੁਐਸਚਨ ਆਇਆ ਕੋਈ, ਫॉर ਐਗਜ਼ਾਮਪਲ ਤ੍ਰਿਭੁਜਾਂ ਦੇ ਖੇਤਰਫਲ ਚੋਂ ਆ ਗਿਆ, ਮੈਨੂੰ ਨਹੀਂ ਆਂਦਾ ਕੁਐਸਚਨ, ਲੇਕਿਨ ਮੰਨ ਲਓ ਕੁਐਸਚਨ y, ਉਸ ਦੀ ਰਕਮ ਚੋਂ ਤੁਹਾਨੂੰ ਕੁਝ ਸਮਝ ਤਾਂ ਆਇਆ ਹੋਏਗਾ ਨਾ, ਚਾਹੇ ਤੁਸੀਂ ਇਹ ਲਿਖ ਸਕਦੇ ਹੋ ਗਿਵਨ ਕੀ ਹੈ ਕਿ ਇੱਕ ਤ੍ਰਿਭੁਜ ਹੈ, ਉਹਦਾ ਡਾਇਗਰਾਮ ਬਣਾ ਦਿਓ, ਹੋਰ ਕੁਝ ਨਹੀਂ ਕਰ ਸਕਦੇ। ਕੁਛ ਨਾ ਕੁਛ ਤੁਹਾਨੂੰ ਉਸ ਕੁਐਸਚਨ ਚੋਂ ਥੋੜਾ ਆਰਾਮ ਨਾਲ ਸੋਚੋਗੇ, ਤੁਸੀਂ ਲਿਖ ਪਾਓਗੇ, ਚਾਹੇ 1 ਲਾਈਨ 2 ਲਾਈਨ ਉਸ ਕੁਐਸਚਨ ਦੀ ਜ਼ਰੂਰ ਲਿਖੋ ਬੇਟੇ। ਇਹ ਜਿਹੜੇ ਅੱਧਾ ਨੰਬਰ ਕਰਕੇ ਤੁਹਾਡੇ ਜਿਹੜੇ ਨੰਬਰ ਹੈ ਉਹ ਕਾਫੀ ਨੰਬਰ ਤੁਸੀਂ ਗੇਨ ਕਰ ਜਾਂਦੇ ਹੋ। ਉਸ ਤੋਂ ਬਾਅਦ ਬੇਟੇ ਨੈਕਸਟ ਹੈ ਟਾਈ ਯੋਰ ਗ੍ਰਾਫ ਪੇਪਰ ਪ੍ਰੋਪਰਲੀ। ਹੁਣ ਗ੍ਰਾਫ ਪੇਪਰ ਤੁਹਾਨੂੰ ਮਿਲਦਾ ਹੀ ਹੈ, ਕਿਉਂਕਿ ਕਈ ਵਾਰੀ ਤੁਹਾਨੂੰ ਆਇਤ ਚਿੱਤਰ ਵਾਸਤੇ ਔਰ ਸੈਕੰਡਲੀ ਤੁਹਾਡਾ ਜਿਹੜਾ 3rd ਕੋਆਰਡੀਨੇਟ ਜਿਓਮੈਟਰੀ ਵਾਸਤੇ ਵੀ ਬਿੰਦੂ ਅੰਕਿਤ ਕਰਨੇ, ਸਾਨੂੰ ਗ੍ਰਾਫ ਪੇਪਰ ਦੀ ਜ਼ਰੂਰਤ ਪੈਂਦੀ ਹੈ। ਪਰ ਹੁਣ ਅਸੀਂ ਦੇਖਦੇ ਹਾਂ ਪੇਪਰ ਅਸੀਂ ਬੱਚਿਆਂ ਤੋਂ ਇਕੱਠੇ ਕਰਨੇ, ਉਹ ਗ੍ਰਾਫ ਪੇਪਰ ਬੰਨਿਆ ਨਹੀਂ ਹੁੰਦਾ, ਉਹ ਕਿਤੇ ਹੋਰ ਗ੍ਰਾਫ ਪੇਪਰ ਹੁੰਦਾ, ਸ਼ੀਟ ਕਿਤੇ ਹੋਰ, ਇਹੀ ਨਹੀਂ ਪਤਾ ਲੱਗਦਾ ਕਈ ਵਾਰ ਵੀ ਕਿਹੜੇ ਬੱਚੇ ਦੀ ਸ਼ੀਟ ਪੇਪਰ ਹੈ। ਤੇ ਇਸ ਕਰਕੇ ਸਭ ਤੋਂ ਪਹਿਲਾਂ ਆਪਣਾ ਗ੍ਰਾਫ ਪੇਪਰ ਤੇ ਵੀ ਰੋਲ ਨੰਬਰ ਲਿਖ ਦਿਓ ਤੇ ਉਸ ਨੂੰ ਗ੍ਰਾਫ ਪੇਪਰ ਨੂੰ ਅੱਛੀ ਤਰ੍ਹਾਂ ਨਾਲ ਤੁਸੀਂ ਆਪਣੀ ਸ਼ੀਟ ਦੇ ਨਾਲ ਟਾਈ ਕਰੋ, ਦੇਖੋ ਫਿਰ ਚੈੱਕ ਕਰ ਲਓ ਕਿ ਉਹ ਠੀਕ ਤਰ੍ਹਾਂ ਨਾਲ ਬੰਨਿਆ ਗਿਆ ਹੈ ਜਾਂ ਨਹੀਂ। ਨੈਕਸਟ ਹੈਗਾ ਬੇਟਾ ਰੀਚੈਕ ਯੋਰ ਆਨਸਰ ਸ਼ੀਟ ਬਿਫੋਰ ਸਬਮਿਸ਼ਨ। ਹੁਣ ਆਮ ਤੌਰ ਤੇ ਸਕੂਲ 'ਚ ਅਸੀਂ ਦੇਖਦੇ ਹਾਂ ਜੀ ਹਾਫ ਟਾਈਮ ਤੱਕ ਬੈਠੇ, ਇੱਕ ਬੱਚਾ ਵੀ ਕਲਾਸ 'ਚ ਉੱਠ ਗਿਆ ਨਾ ਪੇਪਰ ਦੇ ਕੇ, ਬਾਕੀ ਬੱਚਿਆਂ ਨੂੰ ਮੈਂ ਵੀ ਉੱਠਣਾ, ਮੈਂ ਵੀ, ਉਹ ਪਿੱਛੇ ਫਟਾਫਟ। ਇਸ ਤਰ੍ਹਾਂ ਨਹੀਂ ਕਰਨਾ ਬੇਟਾ। ਉਹ 3 ਘੰਟੇ ਜੇ ਤੁਹਾਨੂੰ ਮਿਲੇ ਆ ਤਾਂ ਕੁਝ ਸੋਚ ਕੇ ਦਿੱਤੇ ਗਏ ਆ, ਉਹ ਪੇਪਰ ਹੀ ਐਕਚੁਅਲੀ 3 ਘੰਟੇ ਲਈ ਤੁਹਾਡਾ ਸੈੱਟ ਹੋਇਆ। ਆਰਾਮ ਨਾਲ ਕਰੋ। ਮੰਨ ਲਓ ਤੁਹਾਡਾ ਪੇਪਰ 2.5 ਘੰਟੇ 'ਚ ਪੂਰਾ ਹੋ ਗਿਆ, ਲਾਸਟ ਵਾਲਾ ਜਿਹੜਾ ਅੱਧਾ ਘੰਟਾ ਹੈ ਉਹਨੂੰ ਐ ਨਹੀਂ ਕਿ ਅਸੀਂ ਚਲੇ ਜਾਣਾ ਬੇਟੇ, ਸਾਰੇ ਸਾਲ ਦੀ ਮਿਹਨਤ ਹੈ। ਦੇਖੋ ਤੁਹਾਡੇ ਟੀਚਰਸ ਤੋਂ ਨੇ ਵੀ ਤੁਹਾਡੇ ਤੋਂ ਬਹੁਤ ਐਕਸਪੈਕਟੇਸ਼ਨ ਨੇ, ਤੁਹਾਡੇ ਪੇਰੈਂਟਸ ਨੂੰ ਵੀ ਬਹੁਤ ਐਕਸਪੈਕਟੇਸ਼ਨਸ ਨੇ, ਤੇ ਅਸੀਂ ਉੱਥੋਂ ਫਟਾਫਟ ਉੱਠ ਕੇ ਇਸ ਤਰ੍ਹਾਂ ਨਹੀਂ ਕਰਨਾ। ਤੁਸੀਂ ਬੈਠ ਕੇ ਆਪਣਾ ਪੂਰਾ ਪੇਪਰ ਉਹਨੂੰ ਚੈੱਕ ਕਰੋ, ਦੇਖੋ ਕਿ ਹਰੇਕ ਸਵਾਲ ਦਾ ਮੈਂ ਕੀ ਮੇਰਾ ਜਿਹੜਾ ਆਨਸਰ ਹੈ ਗੁਣਾ ਭਾਗ ਉਹ ਠੀਕ ਹੈ। ਇੱਕ ਚੀਜ਼ ਬੇਟਾ ਹੋਰ, ਜਦੋਂ ਨਾ ਕਈ ਵਾਰ ਆਪਾਂ ਮੰਨ ਲਓ ਕੋਈ ਇਹੋ ਜਿਹਾ ਸਵਾਲ ਆ ਗਿਆ 2x ਦਾ ਸਕੁਅਰ 4x ਦਾ ਸਕੁਅਰ, ਜਿਵੇਂ ਆਪਾਂ ਕਰਕੇ ਹਟੇ ਸੀ ਨਾ, ਇਸ ਤਰ੍ਹਾਂ ਦਾ ਕੋਈ ਸਵਾਲ ਆ ਗਿਆ ਵੀ ਇਹਦਾ ਗੁਣਨਖੰਡੀਕਰਨ ਕਰੋ। ਆਪਾਂ ਨਾ ਬੱਚੇ ਕੀ ਕਰਦੇ, ਕੁਐਸਚਨ ਪੇਪਰ ਤੋਂ ਆਨਸਰ ਸ਼ੀਟ ਲਿਖਦੇ ਕਿਤੇ ਪਲੱਸ ਮਾਈਨਸ ਦੀ ਗਲਤੀ ਕਰ ਜਾਂਦੇ। ਇਹ ਚੀਜ਼ ਦਾ ਬਹੁਤ ਖਿਆਲ ਰੱਖਣਾ ਹੈ ਮੈਥਮੈਟਿਕਸ ਸਪੈਸ਼ਲੀ। ਜਦੋਂ ਤੁਸੀਂ ਰਕਮ ਲਿਖੀ ਤਾਂ ਉਹਨੂੰ ਦੁਬਾਰਾ ਇੱਕ ਵਾਰ ਫੇਰ ਫਟਾਫਟ ਕੁਐਸਚਨ ਪੇਪਰ ਨਾਲ ਮਿਲਾ ਲਓ ਵੀ ਉਹ ਠੀਕ ਹੈ ਕਿ ਨਹੀਂ। ਉਸੇ ਤਰ੍ਹਾਂ ਐਂਡ ਦੇ ਵਿੱਚ ਵੀ ਜਦ ਤੁਸੀਂ ਦੇ ਰਹੇ ਹੋ ਤਾਂ ਚੈੱਕ ਕਰ ਲਓ ਕਿ ਮੇਰੇ ਜਿਹੜੇ ਸਾਰੇ ਸਵਾਲ ਹੈ ਉਹ ਠੀਕ ਹੋ ਗਏ। ਜੇ ਬੇਟੇ ਕੋਈ ਸਵਾਲ ਤੁਹਾਨੂੰ ਲੱਗਦਾ ਹੈ ਕਿ ਲੰਬਾ ਹੋ ਗਿਆ, ਤੁਹਾਡੇ ਤੋਂ ਨਹੀਂ ਸੋਲਵ ਹੋ ਰਿਹਾ, ਤਾਂ ਉਹਨੂੰ ਇੱਕ ਵਾਰ ਉੱਥੇ ਹੀ ਛੱਡ ਦਿਓ। ਇਹ ਨਹੀਂ ਹੋਵੇ ਕਿ ਇੱਕ ਸਵਾਲ ਨੂੰ ਤੁਸੀਂ ਸੋਲਵ ਕਰਨ ਲੱਗੇ ਅਗਲੇ 2 ਸਵਾਲਾਂ ਦਾ ਟਾਈਮ ਖਰਾਬ ਕਰੋ, ਇਸ ਤਰ੍ਹਾਂ ਨਹੀਂ ਕਰਨਾ ਹੈ। ਇੱਕ ਕੁਐਸਚਨ ਮੈਂ ਹੋਰ ਐਂਡ ਦੇ ਵਿੱਚ ਲਿਖਿਆ ਸੀਗਾ, ਚਲੋ ਇਹ ਕੁਐਸਚਨ ਸੀ ਹੀਰੋਜ਼ ਫਾਰਮੂਲਾ ਵਾਲਾ, ਮੈਂ ਕਰਾਉਣਾ ਚਾਹੁੰਦੀ ਸੀ।
ਇਹ ਤੁਸੀਂ ਜ਼ਰੂਰ ਬੇਟਾ ਹੀਰੋਜ਼ ਫਾਰਮੂਲਾ ਵਾਲੇ ਆਪਣੇ ਜਿਹੜੇ ਕੁਐਸਚਨ ਹੈ ਕਰਕੇ ਜਾਣਾ, ਕਿਉਂਕਿ ਸਿਰਫ ਇੱਕ ਫਾਰਮੂਲੇ ਦੇ ਨਾਲ ਬੇਟਾ ਤੁਹਾਡਾ 4 ਨੰਬਰ ਦਾ ਪ੍ਰਸ਼ਨ ਹੈ ਜਿਹੜਾ ਪੱਕਾ ਪੇਪਰ ਦੇ ਵਿੱਚ ਜਿਹੜਾ ਸੋਲਵ ਹੋ ਜਾਂਦਾ ਹੈ। ਤੇ ਬੱਚਿਓ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਜਿਹੜੇ ਛੋਟੇ ਛੋਟੇ ਮੈਂ ਅੱਜ ਟਿਪਸ ਦਿੱਤੇ ਨੇ ਇਹ ਤੁਹਾਨੂੰ ਬੜੇ ਯੂਜ਼ਫੁਲ ਹੋਣਗੇ ਤੇ ਤੁਸੀਂ ਇਹਨਾਂ ਦਾ ਬਹੁਤ ਧਿਆਨ ਰੱਖੋਗੇ ਆਪਣੇ ਜਦੋਂ ਤੁਸੀਂ ਪੇਪਰ ਕਰ ਰਹੇ ਹੋਗੇ। ਤੇ ਇੱਕ ਹੋਰ ਗੱਲ ਹੈ ਕਿ ਪੇਪਰ ਦੇ ਵਿੱਚ ਕਈ ਬੱਚੇ ਦੇਖਦੇ ਮੈਥ ਦੇ ਪੇਪਰ 'ਚ ਬੜਾ ਜਿਸ ਤਰ੍ਹਾਂ ਘਬਰਾਹਟ ਫੀਲ ਕਰਦੇ ਆ, ਔਖਾ ਮਹਿਸੂਸ ਕਰਦੇ, ਇਸ ਤਰ੍ਹਾਂ ਕੁਝ ਨਹੀਂ ਗੱਲ। ਜੇ ਤੁਹਾਡੀ ਪਹਿਲਾਂ ਥੋੜੀ ਬਹੁਤ ਤਾਂ ਚਲੋ ਟੈਨਸ਼ਨ ਲੈਣੀ ਜ਼ਰੂਰੀ ਵੀ ਹੈ, ਤਾਂ ਹੀ ਆਪਣਾ ਅੱਛੀ ਪਰਫਾਰਮੈਂਸ ਹੁੰਦੀ ਹੈ, ਲੇਕਿਨ ਇੰਨੀ ਵੀ ਨਹੀਂ ਲੈਣੀ ਕਿ ਅਸੀਂ ਫਾਰਮੂਲੇ ਭੁੱਲ ਜਾਈਏ। ਕੋਈ ਇੰਨੀ ਟੈਨਸ਼ਨ ਦੀ ਲੋੜ ਨਹੀਂ ਹੈ। ਤੁਹਾਡੇ ਕੋਲ ਪੇਪਰ ਮਿਲੇਗਾ, ਉਹਨੂੰ ਪਹਿਲਾਂ ਦੇਖੋ, 10 ਮਿੰਟ ਲਗਾ ਕੇ ਪੂਰਾ ਪੇਪਰ ਪੜ੍ਹ ਲਓ। ਫਿਰ ਤੁਹਾਡੇ ਕੋਲ ਬੇਟਾ 4 ਨੰਬਰ ਦਾ ਇੱਕ ਤੁਹਾਡੇ ਕੋਲ ਸਹੀ ਮਿਲਾਨ ਕਰਨ ਵਾਲਾ ਆਂਦਾ ਹੈ, ਉਹਦੇ ਵਿੱਚ ਵੀ ਕਈ ਵਾਰੀ ਫਾਰਮੂਲੇ ਹੁੰਦੇ ਆ, ਤੁਹਾਨੂੰ ਕਿਤੇ ਨਾ ਕਿਤੇ ਉਹ ਫਾਰਮੂਲਾ ਵੀ ਬੇਟੇ ਯੂਜ਼ ਹੋ ਜਾਂਦਾ ਹੈ। ਤਾਂ ਬਿਲਕੁਲ ਸ਼ਾਂਤ ਮਨ ਨਾਲ ਪੇਪਰ ਕਰਨਾ ਹੈ। ਪਹਿਲਾਂ ਪੂਰਾ ਪੇਪਰ ਦੇਖਣਾ ਹੈ, ਕਿਹੜੇ ਸਵਾਲ ਤੁਹਾਨੂੰ ਆਉਂਦੇ ਆ ਉਹ ਪਹਿਲਾਂ ਕਰ ਲਓ, ਜਿਹੜੇ ਅੱਛੀ ਤਰ੍ਹਾਂ ਆਉਂਦੇ ਆ ਉਹ ਪਹਿਲਾਂ ਕਰ ਲਓ। ਕਈ ਵਾਰੀ ਉਹ ਵਿੱਚ ਕੋਈ ਔਖਾ ਸਵਾਲ ਆਪਾਂ ਉਹਨੂੰ ਕਰਨ ਲੱਗਦੇ ਆ, ਇਹ ਜਾਂ ਟੈਨਸ਼ਨ ਬੱਚੇ ਸਟ੍ਰੈਸ ਲੈ ਜਾਂਦੇ ਕਿ ਪਿਛਲੇ ਆਂਦੇ ਸਵਾਲ ਵੀ ਭੁੱਲ ਜਾਂਦੇ, ਇਸ ਕਰਕੇ ਪਹਿਲਾਂ ਕਰ ਲਓ। ਕੋਈ ਇਸ ਤਰ੍ਹਾਂ ਦੀ ਰੋਕ ਨਹੀਂ ਹੈ ਕਿ ਅਸੀਂ 28ਵਾਂ ਸਵਾਲ ਪਹਿਲੇ ਨੰਬਰ ਤੇ ਨਹੀਂ ਕਰ ਸਕਦੇ, ਕਰ ਸਕਦੇ ਹਾਂ। ਤੇ ਇੱਕ ਆਪਣਾ ਪੇਪਰ ਹੈ ਜਿਹੜਾ ਬੇਟਾ ਸਾਫ਼ ਸੁਥਰਾ ਕਰੋ, ਬਹੁਤ ਗੰਦਾ ਪੇਪਰ ਨਹੀਂ ਕਰਨਾ, ਤਾਂ ਕਿ ਐਗਜ਼ਾਮ ਜਿਹੜਾ ਚੈੱਕ ਕਰ ਰਿਹਾ ਉਹਦੇ ਤੇ ਇੱਕ ਅੱਛਾ ਇੰਪ੍ਰੈਸ਼ਨ ਪੈਂਦਾ ਬੇਟੇ ਉਸ ਗੱਲ ਦਾ। ਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਬੇਟਾ ਪੂਰੀ ਸਾਲ ਦੀ ਤੁਹਾਡੀ ਮਿਹਨਤ ਹੈ ਬਹੁਤ, ਆ ਜਿਹੜੇ ਹੁਣ ਤੁਹਾਡੇ ਕੋਲ 20 ਦਿਨ ਬਚੇ ਹਨ ਇਹਨੂੰ ਬਹੁਤ ਅੱਛੀ ਤਰ੍ਹਾਂ ਯੂਜ਼ ਕਰੋ। ਡੇਲੀ ਮੈਥ ਲਈ ਇੱਕ ਟਾਈਮ ਫਿਕਸ ਕਰੋ ਕਿ ਮੈਂ 1 ਘੰਟਾ 1.5 ਘੰਟਾ ਮੈਥ ਪੜ੍ਹਨਾ ਹੀ ਪੜ੍ਹਨਾ। ਆਪਣੇ ਆਪ ਨੂੰ 5 ਸਵਾਲ ਪਾ ਲਓ, ਫਿਰ ਉਹਨੂੰ ਸੋਲਵ ਕਰਕੇ ਦੇਖੋ। ਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਬਹੁਤ ਅੱਛੇ ਅੰਕ ਲੈ ਕੇ ਬੇਟੇ ਇਸ ਕਲਾਸ 'ਚੋਂ ਪਾਸ ਹੋ ਜਾਓਗੇ। ਤੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਗੁੱਡ ਲੱਕ ਐਂਡ ਆਲ ਦੀ ਬੈਸਟ। ਥੈਂਕ ਯੂ ਸੋ ਮਚ।